स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। मैं हरप्रीत सिंह विचार तकरार लैके एक बार फिर तो ਤੁਹਾਡੇ ਸਾਹਮਣੇ ਹਾਜ਼ਰ ਹਾਂ। जिस का खदशा प्रगटाया जा रहा सी हालात उवें तो ही मंडियां दे विच बनते जा रहे हैं। दाना रुल रहा है, किसान रुल रहा है, और जिहड़ी गल सरकार ये दावे नाल कहंदी सी कि चुकाई दे विच किसी तरह की कोई दिक्कत परेशानी नहीं आण देवांगे, भावें ट्रैक्टर ट्रालियां रही चुकाई होवे या ट्रक्कां राही होवे, किसी तरह की लिफ्टिंग दे विच कोई प्रॉब्लम नहीं आएगी। पर दिक्कतां सामने आ रही ने क्योंकि एक अंदाजे के मुताबिक अद्धी कणक भी नहीं चुकी जा रही। उसका रीजन की है, उसके बड़े सारे कारण ने, उन्हां कारणों ते भी चानना पावांगे। और जिहड़ी गल ट्रक्कां नूं छड्ड के ट्रालियां दे राहीं लिफ्टिंग करन दी सी, ਉਹ ਸਕੀਮ ਕਿੰਨੀ ਕੁ ਕਾਮਯਾਬ ਹੋਈ ਹੈ, ਇਸ ਤੋਂ ਵੀ ਚਰਚਾ ਕਰਾਂਗੇ। ਖਾਸ ਮਹਿਮਾਨ ਨੇ ਨਵਦੀਪ ਸਿੰਘ ਸੱਗਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਬੁਲਾਰਾ ਨੇ ਆਮ ਆਦਮੀ ਪਾਰਟੀ ਦੇ, ਉਦय ਸਿੰਘ ਰਾਠੌੜ ਸਾਹਿਬ ਬੁਲਾਰਾ ਨੇ ਪੰਜਾਬ ਕਾਂਗਰਸ ਦੇ, ਰਵਿੰਦਰ ਸਿੰਘ ਚੀਬਾ ਸਾਹਿਬ ਚੇਅਰਮੈਨ ਨੇ ਆਰਤੀ ਐਸੋਸੀਏਸ਼ਨ ਪੰਜਾਬ ਦੇ, ਬਲਬੀਰ ਸਿੰਘ ਰਾਜੇਵਾਲ ਸਾਹਿਬ ਪ੍ਰਧਾਨ ਨੇ BKU ਰਾਜੇਵਾਲ ਦੇ, ਚਰਨਜੀਤ ਸਿੰਘ ਬਰਾੜ ਸਾਹਿਬ ਬੁਲਾਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ। ਰਾਜੇਵਾਲ ਸਾਹਿਬ, ਸ਼ੁਰੂਆਤ ਤੁਹਾਡੇ ਤੋਂ ਹੀ ਕਰਦੇ ਹਾਂ। ਮੰਡੀਆਂ ਦੇ ਐਕਚੁਅਲ ਹਾਲਾਤ ਕੀ ਹੈ? ਸ਼੍ਰੋਮਣੀ ਅਕਾਲੀ ਦਲ ਕੁਝ ਕਹਿੰਦਾ ਰਵੇ, ਆਪ ਕੁਝ ਕਹਿੰਦੀ ਰਵੇ, ਪਰ ਧਰਾਤਲ ਤੇ ਕੀ ਚੱਲ ਰਿਹਾ ਉਹ ਤੁਹਾਡੀ ਜ਼ਬਾਨੋਂ ਅਸੀਂ ਜ਼ਰੂਰ ਸੁਣਨਾ ਚਾਹੁੰਦੇ ਹਾਂ। देखो जी, इस वेले सारियां मंडियां नक्को नक भरियां पईयां। ਉਹ ਤਾਂ ਹਰ ਸਾਲ ਹੀ ਭਰੀਆਂ ਹੁੰਦੀਆਂ, किते थां है नहीं, लिफ्टिंग बिल्कुल हो नहीं रही। मैं हुण दी लेटेस्ट सुणाउणा, खन्ना एशिया दी सब तो वड्डी मंडी है, उत्थे ठेकेदार भज गया। उत्थे आड़ती अपने कोलों पैसे खर्च के थोड़ी बहुती थां खाली कराउण वास्ते लिफ्टिंग करवाउंदे ने, ते फिर वो भी ਅੱਗੇ ਫਿਰ ਇੱਕ ਚੱਕਰ ਲੱਗਦਾ ਟਰੱਕ ਵਾਲੇ ਦਾ, ਉਹਨੂੰ 1000 ਰੁਪਈਆ ਕੋਲੋਂ ਦਿੰਦੇ ਨੇ। ਉਹ ਬਾਕੀ ਮੰਡੀਆਂ 'ਚ ਵੀ ਇਹੀ ਹਾਲ ਹੈ। ਮਾਛੀਵਾੜੇ 'ਚੋਂ 4-5 ਸਪੈਸ਼ਲਾਂ FCI ਨੇ ਹੁਣ ਸਿੱਧੀਆਂ ਲੋਡ ਕੀਤੀਆਂ, ਤਾਂ ਅੱਜ ਥੋੜੀ ਜੀ ਥਾਂ ਹੋਈ ਹੈ। ਸਮਰਾਲੇ 'ਚ ਇਹੀ ਹਾਲ ਹੈ, ਲੁਧਿਆਣੇ 'ਚ ਇਹੀ ਹਾਲ ਹੈ, ਭਵਾਨੀਗੜ੍ਹ ਇਹੀ ਹਾਲ ਹੈ। ਹਾਲਾਤ ਜੋ ਹੈ ਉਹਦਾ ਪਿੱਛੇ ਕਾਰਨ ਲਿਫਟਿੰਗ 'ਚ ਇੱਕ ਤਾਂ ਟਰਾਂਸਪੋਰਟ ਦਾ ਬਹੁਤ ਵੱਡਾ ਰੇਟ ਹੈ। ਜਿਨ੍ਹਾਂ ਨੂੰ ਟੈਂਡਰ ਦਿੱਤੇ ਗਏ ਉਹਨਾਂ ਕੋਲ ਨਾ ਲੇਬਰ ਹੈ, ਨਾ ਉਹਨਾਂ ਕੋਲ ਟਰੱਕ ਨੇ। ਉਹੀ ਜੋ ਪਿਛਲੀ ਡਿਬੇਟ ਦੇ ਵਿੱਚ ਆਪਾਂ ਗੱਲ ਕਰਦੇ ਸੀ, ਐਗਜ਼ੈਕਟਲੀ ਉਹੀ ਸਭ ਤੋਂ ਵੱਡੀ ਮੁਸੀਬਤ ਬਣੀ ਹੋਈ ਹੈ। ਹਾਲੇ 20% ਮਾਲਵੇ ਦੇ ਵਿੱਚ ਰਹਿੰਦਾ, ਪਿੰਡਾਂ 'ਚੋਂ ਆਉਣਾ, ਖੇਤਾਂ 'ਚੋਂ ਆਉਣਾ, ਤੇ ਮਾਝੇ ਦੇ ਵਿੱਚ ਕੋਈ 40% ਕਣਕ ਰਹਿੰਦੀ ਆਉਣ ਤੋਂ। ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ ਉਹ ਇੱਕ ਇੱਕ ਕਰਕੇ ਭੱਜ ਰਹੀਆਂ। ਮਾਰਕੀਟ ਤਾਂ ਆਲਮੋਸਟ ਸਾਰੇ ਪੰਜਾਬ 'ਚੋਂ ਭੱਜ ਗਈ। ਉਹ ਬਹਾਨਾ ਬਾਰਦਾਨੇ ਦਾ ਲਾਉਂਦੇ ਨੇ, ਪਨਗ੍ਰੇਨ ਖਰੀਦਦੀ ਹੈ, ਤੇ ਵੇਅਰ ਹਾਊਸ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਸਾਡੇ ਕੋਲ ਸਪੇਸ ਹੈ ਨਹੀਂ। ਸਟੇਟ ਏਜੰਸੀਆਂ ਵੀ ਭੱਜ ਰਹੀਆਂ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਥਿਤੀ ਖਰਾਬ ਹੋਏਗੀ। ਠੀਕ ਹੈ ਰਾਜੇਵਾਲ ਸਾਹਿਬ, ਜਿਹੜਾ ਇਹਨਾਂ ਨੇ ਫੰਡਾ ਨਵਾਂ ਤਿਆਰ ਕੀਤਾ ਸੀ ਕਿ ਟਰਾਲੀਆਂ ਦੇ ਰਾਹੀਂ ਲਿਫਟਿੰਗ ਹੋਏਗੀ, ਉਹ ਕਿੰਨਾ ਕੁ ਕਾਮਯਾਬ ਹੋਇਆ ਤਰੀਕਾ? ਉਹ ਪਹਿਲੇ ਕੁਛ ਦਿਨ 5-4 ਦਿਨ ਚੱਲੀਆਂ ਟਰਾਲੀਆਂ, ਤੇ ਉਹ ਤੋਂ ਬਾਅਦ ਹੁਣ ਇਸ ਵੇਲੇ ਫਿਰ ਵੀ ਟਰਾਲੀਆਂ ਵਾਲੇ ਨਹੀਂ ਆਉਂਦੇ। ਕਿਸੇ ਨੂੰ 12 ਨਹੀਂ ਖਾਂਦਾ, ਤੇ ਕੋਈ 2 ਰੁਪਏ ਥੈਲਾ ਚੱਕ ਕੇ 1000 ਰੁਪਏ ਦਾ ਖਰਚਾ ਰੋਜ਼ ਦਾ ਕਰਕੇ ਜਿਹਨੂੰ ਸਾਰੀ 500-400 ਰੁਪਏ ਦੀ ਆਮਦਨੀ ਹੋਣੀ, ਕਿਉਂ ਆਏਗਾ? ਇੱਕ ਟਰਾਲੀ ਦੇ ਵਿੱਚ ਕਿੰਨੀ ਬੋਰੀ ਆਂਦੀ ਹੈ ਔਰ ਕਿੰਨਾ ਪੈਸਾ ਉਹਨੂੰ ਦਿੱਤਾ ਜਾਂਦਾ? ਨਹੀਂ, ਉਹ ਤਾਂ 180 ਬੋਰੀਆਂ ਲਾਦੇ ਨੇ ਟਰਾਲੀ ਦੇ ਵਿੱਚ, 2 ਰੁਪਏ ਬੋਰੀ ਉਹਨਾਂ ਨੂੰ ਦਿੰਦੇ ਨੇ, ਤੇ 360 ਰੁਪਏ ਵਿੱਚ ਪੂਰਾ ਦਿਨ ਕਾਠ ਮਾਰ ਕੇ ਕੌਣ ਉੱਥੇ ਬੈਠੇਗਾ? ਮਿਨੀਮਮ 10 ਲੀਟਰ ਡੀਜ਼ਲ ਲੱਗ ਜਾਂਦਾ ਹੈ, ਤੇ 650 ਦਾ ਤਾਂ ਡੀਜ਼ਲ ਹੋ ਗਿਆ। ਡਰਾਈਵਰ ਦੀ ਦਿਹਾੜੀ ਅਲੱਗ, ਤੇ ਉਹ ਫਿਰ 360 ਰੁਪਏ ਤੇ ਜੇ ਕੁਛ ਆੜਤੀ ਵੀ ਦਿੰਦਾ ਤਾਂ 600-700 ਰੁਪਏ ਬਣਦਾ, ਫਿਰ ਵੀ ਘਾਟੇ ਦਾ ਸੌਦਾ। ਉਹ ਕਿੰਨੇ ਕੁ ਦਿਨ ਚੱਲੂਗਾ? ਨਹੀਂ ਚੱਲਿਆ, ਇਸ ਕਰਕੇ ਹਟ ਗਏ ਆਉਣ ਤੋਂ। ਹਾਂਜੀ ਚੀਮਾ ਸਾਹਿਬ, ਤੁਸੀਂ ਇਹ ਦੱਸੋ, ਜਿਹੜੀ ਪਹਿਲਾਂ ਗੱਲ ਇਹ ਆ ਰਹੀ ਸੀ ਕਿ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਲਿਫਟਿੰਗ ਕਰਾਉਣਾ ਸਾਡਾ ਕੰਮ ਹੈ, ਅਸੀਂ ਭਾਵੇਂ ਟਰਾਲੀਆਂ ਰਾਹੀਂ ਕਰੀਏ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਭਾਵੇਂ ਰੇੜੀਆਂ ਗੱਡਿਆਂ 'ਚ ਲੱਦੀਏ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਡਾ ਜਿਹੜੀ ਜਿਣਸ ਹੈਗੀ ਉਹ ਰੋਲਣ ਨਹੀਂ ਦਿਆਂਗੇ। ਪਰ ਹਾਲਾਤ ਕੁਝ ਹੋਰ ਹੀ ਬਿਆਨ ਕਰ ਰਹੇ ਨੇ। ਇਹਦੇ ਪਿੱਛੇ ਤੁਸੀਂ ਮੁੱਖ ਕਾਰਨ ਜਿਹੜਾ ਟਰੱਕਾਂ ਨੂੰ ਇਹਦੇ ਵਿੱਚੋਂ ਕੱਢ ਦੇਣਾ ਮੰਨਦੇ ਹੋ, ਜਾਂ ਕੁਝ ਹੋਰ ਵੀ ਕਾਰਨ ਨੇ? ਹਰਪ੍ਰੀਤ ਜੀ, ਦੇਖੋ, ਜੇ ਆਪਾਂ ਕਾਰਨ ਲੱਭਣਾ ਹੈ ਤਾਂ ਜਿਹੜਾ ਅਸਲ ਕਾਰਨ ਹੈ ਉਹ ਅੱਜ ਤੋਂ 2 ਸਾਲ ਪਹਿਲਾਂ ਜਾਖੜ ਸਾਹਿਬ ਦਾ ਜਿਹੜਾ ਬਿਆਨ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਉਹ 25,000 ਕਰੋੜ ਦਾ ਇੱਕ ਜਿਹੜਾ ਸਕੈਂਡਲ ਹੋ ਗਿਆ, ਉਹ ਲਫ਼ਜ਼, ਉਹ ਜਿਹੜੀ ਉਹਨਾਂ ਦੀ ਪ੍ਰੈਸ ਸਟੇਟਮੈਂਟ ਸੀ, ਉਹਨੇ ਪੰਜਾਬ ਦਾ ਪੱਠਾ ਬਹਾਤਾ। ਦਿੱਲੀ ਦੇ ਵਿੱਚ ਹੁਣ ਪੰਜਾਬ ਦੀ ਟਰਾਂਸਪੋਰਟ ਦਾ ਕੋਈ ਫਾਈਲ ਜਾਂਦੀ, ਕੋਈ ਅਸੀਂ ਉੱਥੇ ਪੈਸੇ ਮੰਗਣ ਦੀ ਫਾਈਲ ਲੈ ਕੇ ਜਾਂਦੇ ਹਾਂ, ਕੋਈ ਉੱਥੇ ਕੋਈ ਅਸੀਂ ਕਿਤੇ ਖਰਾਬੀ ਕੋਈ ਹੋ ਜਾਵੇ ਅਨਾਜ ਦੀ, ਉਹਦੀ ਮਦਦ ਲਈ ਜਾਂਦੇ ਹਾਂ। ਉਹਨਾਂ ਨੇ ਇੰਨਾ ਸ਼ੱਕ ਜਿਹੜਾ ਪੰਜਾਬ ਦੇ ਉੱਤੇ ਕੀਤਾ ਹੋਇਆ ਹੈ ਕਿ ਹਰ ਫਾਈਲ ਨੂੰ ਜਿਹੜੀ ਹੈ ਕਲੀਅਰ ਹੋਣ ਨੂੰ ਬਹੁਤ ਟਾਈਮ ਲਾਉਂਦੀ। ਸਾਡੇ ਨਾਲ ਲੱਗਦਾ ਸੂਬਾ ਹਰਿਆਣਾ, ਸੇਮ ਹਾਲਾਤ ਹਰਿਆਣੇ 'ਚ ਸੀਗੇ, ਸੇਮ ਪੰਜਾਬ ਦੇ ਸੀ। ਜੋ ਪਹਾੜਾ ਉੱਥੇ ਸੀ ਉਹੀ ਸਾਡੇ ਪੰਜਾਬ 'ਚ ਚੱਲਦਾ ਸੀ। ਲੇਕਿਨ ਉਹ ਜਿਹੜੀ ਬਦਨਾਮੀ ਹੋਈ ਪੰਜਾਬ ਦੀ, ਜੋ ਬਦਨਾਮੀ ਕੀਤੀ ਗਈ, ਉਹਦੇ ਕਰਕੇ ਹੁਣ ਸਾਡੇ ਪਹਾੜਾ ਘਟਾਉਣ ਦਾ ਇੰਨਾ ਪ੍ਰੈਸ਼ਰ ਬਣਿਆ ਕਿ ਅਖੀਰ ਟੈਂਡਰ ਸਾਡੇ ਜਿਹੜੇ ਨੇ ਉਹ 25 ਦਿਨ ਨਹੀਂ, ਪੂਰਾ 1 ਮਹੀਨਾ ਹੀ ਲੇਟ ਹੋ ਗਏ। ਜਦੋਂ ਟੈਂਡਰ ਲੇਟ ਹੋ ਗਏ
ਉਹਦੇ ਨਾਲ ਕੀ ਹੋਇਆ ਕਿ ਅੱਗੇ ਸਾਰਾ ਸਿਸਟਮ ਹੀ ਲੇਟ ਹੋ ਗਿਆ। 50% ਤਾਂ ਕ੍ਰੌਪ ਆ ਗਈ ਸੀ ਉਦੋਂ ਜਦੋਂ ਟੈਂਡਰ ਹੋਏ, ਤਾਂ ਨੈਚੁਰਲੀ ਫਿਰ ਉਹ ਅੱਗੇ ਜਿਹੜੀ ਚੇਨ ਸੀਗੀ ਉਹ ਸਾਰੀ ਹੀ ਫਸ ਗਈ। ਔਰ ਉਹਦੇ 'ਚ ਹੁਣ ਜਿਹੜਾ ਸਭ ਤੋਂ ਅਹਿਮ ਵੱਡੀ ਗੱਲ ਜਿਹੜੀ ਅਸੀਂ ਮਹਿਸੂਸ ਕਰ ਰਹੇ ਹਾਂ ਉਹ ਇਹ ਹੈ ਕਿ ਮੌਸਮ ਖਰਾਬ ਹੈ ਔਰ ਅਨਾਜ ਪਹਿਲਾਂ ਪਲੇਟਫਾਰਮਾਂ ਤੇ ਅਸੀਂ ਵੇਚਦੇ ਹਾਂ, ਫਿਰ ਜਦੋਂ ਥਾਂ ਨਹੀਂ ਰਹਿੰਦੀ ਫਿਰ ਸੜਕਾਂ ਵੀ ਘੇਰਦੇ ਹਾਂ, ਜਦੋਂ ਸੜਕਾਂ ਵੀ ਭਰ ਜਾਂਦੀਆਂ ਫਿਰ ਨੀਵੇਂ ਥਾਵਾਂ ਤੇ ਜਿੱਥੇ ਜਗ੍ਹਾ ਮਿਲਦੀ ਉੱਥੇ ਅਸੀਂ ਲਾਉਂਦੇ ਹਾਂ। ਸੋ ਇਸ ਵੇਲੇ ਬਹੁਤ ਸਾਰੀਆਂ ਮੰਡੀਆਂ 'ਚ ਅਨਾਜ ਜਿਹੜਾ ਨੀਵੇਂ ਥਾਵਾਂ ਤੇ ਆ, ਔਰ ਜਦੋਂ ਅਨਾਜ ਲਈ ਨਹੀਂ ਜਗ੍ਹਾ ਮਿਲਦੀ ਤਾਂ ਅਸੀਂ ਸਟੈਕ ਲਵਾਉਂਦੇ ਹਾਂ, ਇੱਕ ਬੋਰੀ ਨੂੰ 10-10 ਬੋਰੀਆਂ ਦੇ ਉੱਤੇ ਕਰ ਰਹੇ ਹਾਂ। ਕੋਈ ਉਹਦਾ ਜਿਹੜਾ ਸਾਨੂੰ ਮਜ਼ਦੂਰ ਨੂੰ ਨਹੀਂ ਮਿਲ ਰਹੀ, ਕੋਈ ਆੜਤੀ ਨਹੀਂ, ਉਹ ਵੀ ਉਹ ਸਾਰਾ ਪੈਸਾ ਆੜਤੀ ਪੱਲਿਓਂ ਲਾ ਰਹੇ ਨੇ। ਸੋ ਮੈਂ ਤਾਂ ਸਮਝਦਾ ਵੀ ਇਹ ਜਿਹੜੀ ਟੈਂਡਰ ਪ੍ਰਕਿਰਿਆ ਹੈ ਤੇ ਜੋ ਇਹ ਪੰਜਾਬ ਦੇ ਜਿਹੜੇ ਇਸ ਤਰ੍ਹਾਂ ਦੀਆਂ ਸਿਆਸੀ ਬਿਆਨਬਾਜ਼ੀਆਂ ਕਰਕੇ ਪੰਜਾਬ ਨੂੰ ਬਦਨਾਮ ਕੀਤਾ ਗਿਆ ਹੈ, ਇਹੀ ਵੱਡਾ ਕਾਰਨ ਹੈ। ਤੇ ਇਸੇ ਕਰਕੇ ਇਹ ਜਿਹੜੇ ਟੈਂਡਰ ਲੇਟ ਦੀ ਤੁਸੀਂ ਗੱਲ ਕਰ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਹੁਣ ਚਲੋ ਉਹ ਸਮਾਂ ਸੀ ਉਹ ਨਿਕਲ ਗਿਆ, ਹੁਣ ਜਦੋਂ ਟੈਂਡਰ ਖੁੱਲ ਗਏ ਨੇ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਹੁਣ ਇਹ ਸਿਸਟਮ ਠੀਕ ਹੋਏਗਾ ਆਉਣ ਵਾਲੇ ਦਿਨਾਂ 'ਚ? ਨਹੀਂ, ਦੇਖੋ ਟਰਾਲੀਆਂ ਵਾਲੀ ਗੱਲ ਤਾਂ ਹਰਪ੍ਰੀਤ ਜੀ ਮੈਂ ਤੁਹਾਨੂੰ ਦੱਸਦਾ ਕਿ ਟਰਾਲੀਆਂ ਵਾਲੇ ਮਸਲੇ ਦੇ ਉੱਤੇ ਵੀ ਇੰਨੀ ਲੇਟ ਜਿਹੜੀ ਹੈ ਇਹ ਕਾਰਵਾਈਆਂ ਹੋਈਆਂ, ਨੋਟੀਫਿਕੇਸ਼ਨਾਂ ਹੋਈਆਂ, ਇੱਕ ਵੀ ਟਰਾਲੀ ਜਿਹੜੀ ਆ ਉਹ ਟੈਂਡਰ 'ਚ ਪਾਰਟੀਸਪੇਟ ਨਹੀਂ ਕਰ ਸਕੀ। ਚਲੋ ਪ੍ਰਸ਼ਾਸਨ ਨੇ ਆਪਣੇ ਵੱਲੋਂ ਜ਼ੋਰ ਲਾ ਕੇ 1 ਨੰਬਰ 'ਚ 2 ਨੰਬਰ 'ਚ ਟਰਾਲੀਆਂ ਕਿਸੇ ਥਾਂ ਅਲਾਓ ਕਰਾਈਆਂ, ਲੇਕਿਨ ਉਹਦਾ ਉਦੋਂ ਵੀ ਮਾੜੀ ਗੱਲ ਇਹ ਹੋਈ ਕਿ ਜਿੰਨਾ ਟਰੱਕ ਓਨਰ ਹੈ ਇਹ ਬਹੁਤ ਹੀ ਦੁਖੀ ਮਨ ਦੇ ਨਾਲ ਇਹਨੇ ਪਾਰਟੀਸਪੇਸ਼ਨ ਕੀਤੀ ਇਸ ਵਾਰ। ਔਰ ਜਦੋਂ ਕੋਈ ਬੰਦਾ ਦੁਖੀ ਹੋ ਕੇ ਕਿਸੇ ਕੰਮ ਨੂੰ ਕਰਦਾ, ਉਹ ਕੰਮ ਨੇ ਕੀ ਨਿਬੜਨਾ ਹੈ, ਕੀ ਉਹਦੇ ਵਿੱਚੋਂ ਸਾਨੂੰ ਮਿਲਣਾ ਹੈਗਾ। ਇਹ ਜਿਹੜੀ ਟਰੱਕ ਯੂਨੀਅਨ ਦੀ ਹੜਤਾਲ ਹੋਈ ਹੈ, ਇਹਦਾ ਮੇਨ ਕਾਰਨ ਹੀ ਇਹ ਸੀਗਾ ਕਿ ਇੰਨਾ ਜ਼ਿਆਦਾ ਇੱਕਦਮ ਇਹਨਾਂ ਦਾ ਭਾੜਾ ਘਟਾਉਣਾ ਜਿਹੜਾ ਹੈ। ਨਹੀਂ, ਪਰ ਇਹਦੇ ਵਿੱਚ ਸਟੇਟ ਕਿੱਥੇ ਜ਼ਿੰਮੇਵਾਰ ਹੈ? ਭਾੜਾ ਘਟਾਇਆ ਤੇ ਕੇਂਦਰ ਨੇ ਘਟਾਇਆ, ਤੇ ਹੁਣ ਜੋ ਪਿੱਛੋਂ ਆਊਗਾ ਉਹੀ ਅੱਗੋਂ ਦੇਣਾ, ਆਪਣੇ ਪੱਲਿਓਂ ਪਾ ਕੇ ਤਾਂ ਦੇ ਨਹੀਂ ਸਕਦੇ। ਹਰਪ੍ਰੀਤ ਜੀ, ਬਾਦਲ ਸਾਹਿਬ ਬਰੀ ਵੀ ਕੇਂਦਰ ਨੇ ਇਹ ਜਿੱਦਣ ਸਟੇਟਮੈਂਟ ਆਈ ਨਾ ਇਹਨਾਂ ਦੀ ਜਾਖੜ ਸਾਹਿਬ ਦੀ, ਉਦੋਂ ਬਾਅਦ ਹੀ ਕੇਂਦਰ ਸਰਕਾਰ ਨੇ ਚਿੱਠੀਆਂ ਭੇਜਣੀਆਂ ਸ਼ੁਰੂ ਕਰਤੀਆਂ ਸੀ। ਦੋਨੇ ਫਸਲਾਂ ਬਾਦਲ ਸਾਹਿਬ ਬਰੀ ਵੀ ਇਹ ਚਿੱਠੀ ਆਈ ਸੀ ਕਿ ਤੁਸੀਂ ਭਾੜਾ ਘਟਾਓ, ਭਾੜਾ ਘਟਾਓ। ਟੈਂਡਰ ਜਿਹੜੇ ਨੇ ਪ੍ਰਕਿਰਿਆ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, 2 ਵਾਰ ਟੈਂਡਰ ਕੀਤੇ। ਤੁਹਾਡੀ ਭਾਈਵਾਲ ਪਾਰਟੀ ਸੀ ਤਾਂ ਚੱਲ ਲਿਆ ਨਾ, ਹੁਣ ਉਹ ਚੱਲ ਨਹੀਂ ਰਹੇ। ਹੁਣ ਉਹਨਾਂ ਨੂੰ ਪਤਾ ਸਟੇਟ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਹੁਣ ਉਹ ਕਿਉਂ ਝੇਲਣਗੇ? ਕੋਈ ਕਾਂਗਰਸ ਵਾਲੀ ਗੱਲ ਨਹੀਂ ਜੀ। ਇਹ ਜਿਹੜਾ ਮਤਲਬ ਹੁਣ ਝੱਲ ਝਲਾਈ ਵਾਲੀ ਗੱਲ ਹੈ ਨਾ, ਇਹਦੇ 'ਚ ਤਾਂ ਵੱਡੀ ਗੱਲ ਇਹ ਹੈ ਕਿ ਬਾਦਲ ਸਾਹਿਬ ਆਪ ਹੈਲੀਕਾਪਟਰ ਦੇ ਦਿਆ ਕਰਦੇ ਫੂਡ ਮਿਨਿਸਟਰ ਨੂੰ ਵੀ ਤੁਸੀਂ ਜਾਓ, ਜਾ ਕੇ ਮਸਲਾ ਹੱਲ ਕਰਕੇ ਆਓ। ਤੇ ਸਾਡਾ ਇੱਥੇ ਕੋਈ ਜਿਹੜਾ ਵਾਰਸ ਨਹੀਂ ਸੀ ਪੰਜਾਬ ਦੇ ਵਿੱਚ, ਫੂਡ ਸਪਲਾਈ ਮਿਨਿਸਟਰ ਨਹੀਂ ਸੀ, ਕੋਈ ਮਤਲਬ ਅਧਿਕਾਰੀਆਂ ਦੀ ਇੱਕ ਲਿਮਿਟੇਸ਼ਨ ਹੁੰਦੀ ਹੈ, ਇਹ ਮਸਲਾ ਹੱਲ ਹੀ ਨਹੀਂ ਹੋ ਸਕਿਆ। ਚਲੋ ਰਾਠੌਰ ਸਾਹਿਬ ਤੋਂ ਹੀ ਪਹਿਲੇ ਲੈਣਾ, ਮੈਂ ਚਾਹੁੰਦਾ ਸੀ ਸੰਗਤ ਸਾਹਿਬ ਬੋਲਣ, ਪਰ ਰਾਠੌਰ ਸਾਹਿਬ ਇੱਕ ਸਵਾਲ ਜ਼ਿਹਨ ਦੇ ਵਿੱਚ ਆ ਗਿਆ, ਨਿਕਲ ਨਾ ਜਾਵੇ। ਜਿਸ ਵੇਲੇ ਮੰਡੀਆਂ ਦੇ ਵਿੱਚ ਹੋਣਾ ਚਾਹੀਦਾ ਸੀ ਉਸ ਵੇਲੇ ਤੁਹਾਡੇ ਮਿਨਿਸਟਰਾਂ ਤੋਂ ਲੈ ਕੇ ਮੁੱਖ ਮੰਤਰੀ ਤੋਂ ਲੈ ਕੇ ਸਭ ਦਿੱਲੀ ਬੈਠੇ ਸਨ। ਜੇ ਹਾਲਾਤ ਮੰਡੀਆਂ ਦੇ ਵਿੱਚ ਵਿਗੜ ਰਹੇ ਸੀ ਤਾਂ ਦਿੱਲੀ ਕੀ ਪਿਆ ਸੀ? ਜੇ ਮੰਡੀਆਂ ਦੇ ਵਿੱਚ ਜਾ ਕੇ ਕਿਸਾਨਾਂ ਦਾ ਹਾਲ ਚਾਲ ਪੁੱਛਿਆ ਹੁੰਦਾ, ਪ੍ਰਬੰਧ ਵੇਖੇ ਹੁੰਦੇ, ਤਾਂ ਜੇ ਹਾਲਾਤ ਬਣਦੇ ਨਾ। ਹਰਪ੍ਰੀਤ ਜੀ, ਇਹ ਬਹੁਤ ਗੰਭੀਰ ਮਸਲਾ ਹੈ, ਇਹਦੇ ਤੇ ਸਾਨੂੰ ਰਾਜਨੀਤੀ ਮੈਨੂੰ ਲੱਗਦਾ ਹੈ ਕਿ ਨਹੀਂ ਕਰਨੀ ਚਾਹੀਦੀ। ਪਰ ਐਕਚੁਅਲ ਸਥਿਤੀ ਦੇਖ ਕੇ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਨਾ। ਪੰਜਾਬ ਜਿਹੜਾ ਇਹਦੀ ਜਿਹੜਾ ਫੂਡ ਗ੍ਰੇਨ ਕਿੱਟੀ ਜੋ ਹਿੰਦੁਸਤਾਨ ਜੀ ਦੇ, ਉਹਦੇ ਅੰਦਰ ਅੱਧ ਜਿਣਸ ਹੈ ਜਿਹੜੇ ਉਹ ਪੰਜਾਬ ਭਰਦਾ, ਔਰ ਏਰੀਆ ਇਹਦਾ ਮੈਨੂੰ ਲੱਗਦਾ 1.5% ਟੋਟਲ ਹੈਗਾ। ਇਹ ਦਿੱਕਤਾਂ ਜਿਹੜੀਆਂ ਇਹ ਹੁਣ ਨਵੀਆਂ ਦਿੱਕਤਾਂ ਨਹੀਂ ਆਈਆਂ, ਪਿਛਲੇ ਕਈ ਸਾਲ ਤੋਂ ਇਹ ਦਿੱਕਤਾਂ ਆ ਰਹੀਆਂ। ਇਸ ਵਾਰ ਇਸ ਲਈ ਸਾਨੂੰ ਜ਼ਿਆਦਾ ਲੱਗ ਰਿਹਾ ਹੈ ਕਿ ਜਿਹੜੀ ਪ੍ਰੋਡਕਸ਼ਨ ਹੈ ਵੀਟ ਦੀ, ਕਣਕ ਦੀ, ਉਹ ਬੰਪਰ ਕ੍ਰੌਪ ਹੋਈ ਹੈ ਔਰ ਇੱਕਦਮ ਉਹ ਫਸਲ ਆ ਗਈ ਹੈ ਮਾਰਕੀਟ ਦੇ ਅੰਦਰ। ਜਿਹੜੀ ਟਰੱਕ ਯੂਨੀਅਨ ਵਾਲਾ ਮਸਲਾ ਉਹ ਦਿੱਕਤ ਹੋਈ ਹੈ, ਉਹ ਸਾਰਿਆਂ ਨੂੰ ਪਤਾ ਹੈ। ਪਰ ਰਾਜੇਵਾਲ ਸਾਹਿਬ ਤੋਂ ਲੈ ਲਈਏ ਤੁਹਾਡੀ ਸਟੇਟਮੈਂਟ ਦੀ ਨਾ, ਫਿਰ ਆਪਾਂ ਅੱਗੇ ਵਧਦੇ ਹਾਂ। ਰਾਜੇਵਾਲ ਸਾਹਿਬ, ਕਿੰਨੀ ਕੁ ਬੰਪਰ ਫਸਲ ਇਸ ਵਾਰ ਹੋਈ ਹੈ ਜਿਹਨੇ ਪਿਛਲੇ ਸਾਰੇ ਰਿਕਾਰਡ ਤੋੜਤੇ ਨੇ, ਔਰ ਕਿੰਨੀ ਕੁ ਜਲਦੀ ਕਣਕ ਆ ਗਈ ਹੈ ਮੰਡੀਆਂ ਦੇ ਵਿੱਚ? ਨਹੀਂ, ਬੰਪਰ ਤਾਂ ਹੋਈ ਹੈ, ਇਹਦੇ 'ਚ ਕੋਈ ਦੋ ਰਾਇਆ ਨਹੀਂ। ਇਸ ਵਾਰੀ ਝਾੜ ਵੱਧ ਹੈ, ਇਹਦੇ 'ਚ ਕੋਈ ਦੋ ਰਾਇਆ ਨਹੀਂ। ਮੌਸਮ ਫੇਵਰੇਬਲ ਸੀ, ਪਰ ਜਿੱਥੋਂ ਤੱਕ ਹੈਗਾ ਛੇਤੀ ਆਉਣ ਦਾ, ਇਹ ਥੋੜਾ ਮੌਸਮ ਨੇ ਡਰਾਇਆ, ਸਪੀਡ ਫੜੀ ਹੈ, ਪਰ ਤਕਰੀਬਨ 5-7 ਦਿਨ ਦਾ ਵੱਧ ਤੋਂ ਵੱਧ ਸਾਰੇ ਟੋਟਲ ਸੀਜ਼ਨ ਦੇ ਵਿੱਚ ਫਰਕ ਪਏਗਾ। ਇਦੋਂ ਵੱਧ ਫਰਕ ਨਹੀਂ ਪੈਣ ਵਾਲਾ। ਨਹੀਂ, ਝਾੜ 'ਚ ਵੀ ਓਵਰਆਲ ਦੇਖੋ ਆਪਣੀ ਜਿਹੜੀ ਪ੍ਰੋਕਿਉਰਮੈਂਟ ਹੁੰਦੀ ਹੈ, ਜਿਹੜਾ ਸਰਕਾਰੀ ਤੌਰ ਤੋਂ ਪ੍ਰੋਕਿਉਰਮੈਂਟ ਹੁੰਦੀ ਹੈ, ਉਹਦੀ ਤਰੀਕ 31 ਮਈ ਹੁੰਦੀ ਹੈ। ਅੱਛਾ, ਠੀਕ ਹੈ ਜੀ। ਉਹ ਪ੍ਰਕਿਰਿਆ ਹੋ ਸਕਦਾ ਹੈ ਕੁਝ ਲੇਟ ਹੋਈ ਹੋਵੇ, ਇਹ ਆਪਾਂ ਇਸ ਗੱਲ ਨੂੰ ਨਹੀਂ ਕਹਿੰਦੇ ਹਾਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕ੍ਰੌਪ ਬੰਪਰ ਹੋਈ ਹੈ। ਕਰੀਬਨ 130 ਲੱਖ ਟਨ ਦੇ ਕਰੀਬ ਫਸਲ ਆਉਣ ਦੀ ਉਮੀਦ ਹੈ ਇਸ ਵਾਰ।
ਔਰ ਇਹ ਇਕੱਲਾ ਕਾਰਨ ਨਹੀਂ ਹੈ ਕਿ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਹੈ, ਪਰ ਜਿਹੜਾ ਪਿਛਲੇ ਸਾਡੇ ਕੋਲ ਜਿਹੜਾ ਏਰੀਆ ਹੈਗਾ ਇਹਨੂੰ ਰੱਖਣ ਦਾ। ਬੰਪਰ ਫਸਲ ਇੱਕ ਦਿਨ ਚ ਤਾਂ ਪਤਾ ਨਹੀਂ ਲੱਗੀ ਕਿ ਬੰਪਰ ਫਸਲ ਹੋਗੀ। ਮੈਂ ਬਿਲਕੁਲ ਮੈਂ ਉਸੇ ਗੱਲ ਤੇ ਆ ਰਿਹਾ। ਕਰੀਬਨ ਜਿਹੜਾ ਸਾਡੇ ਕੋਲ ਰੱਖਣ ਦਾ ਟੋਟਲ ਏਰੀਆ ਹੈਗਾ ਹੈ ਜੀ, ਉਹ 153 ਲੱਖ ਟਨ ਦੇ ਕਰੀਬ ਜਿਹੜਾ FCI ਤੇ ਜਿਹੜੀਆਂ ਲੋਕਲ ਸਾਡੀਆਂ ਪ੍ਰੋਕਿਊਰਮੈਂਟ ਏਜੰਸੀ ਹੈ ਉਹਨਾਂ ਦਾ ਹੈਗਾ। ਪਿਛਲੇ 2-3 ਸਾਲਾਂ ਤੋਂ ਜਿਹੜਾ ਕੇਂਦਰ ਹੈ ਉਹ ਜਿਹੜੀ ਆਪਣੀ ਉਠਾਣ ਹੈ, ਜਿਹੜੀ ਉਹਨਾਂ ਦੀ ਲਿਫਟਿੰਗ ਹੈ 2 ਲੱਖ ਟਨ ਪਰ ਮੰਥਲੀ ਘੱਟ ਹੈ, ਔਰ ਅੱਜ ਸਾਡੇ ਕੋਲ ਸਿਰਫ 35 ਲੱਖ ਟਨ ਰੱਖਣ ਨੂੰ ਜਗ੍ਹਾ ਹੈਗੀ ਹੈ ਪੰਜਾਬ ਦੇ ਅੰਦਰ, ਜਿਹੜੀ ਕਵਰਡ ਹੈਗੀ। ਅੱਛਾ, ਤੁਸੀਂ ਹੁਣ ਇਹ ਗੱਲ ਕਲੀਅਰ ਕਰੋ ਕਿ ਤੁਹਾਡੇ ਕੋਲ ਰੱਖਣ ਦੀ ਜਗ੍ਹਾ ਨਹੀਂ ਜਾਂ ਤੁਹਾਡੇ ਕੋਲ ਵਹੀਕਲ ਨਹੀਂ। ਮੈਂ ਸਾਰੀ ਗੱਲਾਂ ਕਲੇ ਲਿਫਟਿੰਗ ਕਿਉਂ ਨਹੀਂ ਹੋ ਪਾ ਰਹੀ? ਲਿਫਟਿੰਗ ਇਸ ਲਈ ਨਹੀਂ ਹੋ ਪਾ ਰਹੀ ਇਹ ਨਹੀਂ ਹੈ ਕਿ ਹਰ ਥਾਂ ਤੇ ਨਹੀਂ ਹੋ ਪਾ ਰਹੀ, ਲਿਫਟਿੰਗ ਇਸ ਲਈ ਨਹੀਂ ਕਿ ਤੁਹਾਡੇ ਕੋਲ ਟਰੱਕ ਨਹੀਂ ਹੈਗੇ। ਦੇਖੋ ਇਹ ਸਮੱਸਿਆਵਾਂ ਵਿਚਾਲੇ ਕਲੀਅਰ ਕਰਦੇ ਆ। ਸੀਜ਼ਨ ਪਿਛਲੇ ਸਾਲਾਂ 'ਚ ਵੀ 30 ਅਪ੍ਰੈਲ ਨੂੰ ਖਤਮ ਹੁੰਦਾ, ਐਤਕੀ ਵੀ 30 ਅਪ੍ਰੈਲ ਆਉਣ ਵਾਲੀ ਹੈ, 30 ਅਪ੍ਰੈਲ ਤੱਕ ਹੀ ਚੱਲਣਾ। ਇਹ ਨਹੀਂ ਆਪਾਂ ਕਹਿ ਸਕਦੇ ਜਿਹੜਾ ਪੀਰੀਅਡ ਬਹੁਤ ਛੇਤੀ ਉਸ ਸਪੈਨ ਖਤਮ। ਹਾਂਜੀ ਰਠੌਰ ਸਾਹਿਬ ਗੱਲ ਖਤਮ ਕਰੋ। ਇਹਦੇ 'ਚ ਕੱਲਾ ਇਹ ਕਾਰਨ ਨਹੀਂ ਹੈ ਕਿ ਜੀ ਟਰਾਂਸਪੋਰਟ ਨਹੀਂ ਹੈਗੀ, ਹਰ ਥਾਂ ਤੇ ਹਰ ਵਾਰ ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਪਹਿਲੀ ਵਾਰ ਦਿੱਕਤ ਨਹੀਂ ਆ ਰਹੀ, ਚਾਹੇ ਸਰਕਾਰਾਂ ਕੋਈ, ਚਾਹੇ ਅਕਾਲੀ ਦਲ ਦੀ ਸਰਕਾਰ ਸੀ, BJP ਦੀ ਸਰਕਾਰ ਸੀ, ਦਿੱਕਤਾਂ ਆਉਂਦੀਆਂ ਰਹੀਆਂ ਨੇ। ਇਸ ਵਾਰ ਦਿੱਕਤ ਥੋੜਾ ਜ਼ਿਆਦਾ ਇਸ ਵਾਸਤੇ ਕਿ ਕੁਝ ਤਾਂ ਟਰੱਕ ਯੂਨੀਅਨ ਦੇ ਜਿਹੜਾ ਝਗੜਾ ਸਾਡੇ ਨਾਲ ਚੱਲਿਆ ਸਰਕਾਰ ਦੇ ਨਾਲ, ਉਸ ਕਰਕੇ ਦਿੱਕਤ ਆਈ ਹੈ। ਲੇਕਿਨ ਸਰਕਾਰ ਦੇ ਕੋਲ ਉਹਦੇ ਇਲਾਵਾ ਕੋਈ ਰਸਤਾ ਨਹੀਂ ਸੀਗਾ। ਸਰਕਾਰ ਟਰੈਕਟਰ ਟਰਾਲੀਆਂ ਰਾਹੀਂ ਕਰਾ ਸਕਦੀ ਸੀ, ਉਹ ਕੋਸ਼ਿਸ਼ ਕਰ ਰਹੀ ਹੈ, ਔਰ ਸਰਕਾਰ ਦਾ ਫੇਲ ਹੁੰਦੀ ਨਜ਼ਰ ਆ ਰਹੀ ਹੈ। ਨਹੀਂ, ਹਜੇ ਫੇਲ ਨਹੀਂ ਹੈ ਨਜ਼ਰ ਆ ਰਹੀ, ਲੇਕਿਨ ਹਜੇ ਇਹ ਹੈ ਵੀ ਆਉਣ ਵਾਲਾ ਸਮਾਂ ਤੁਸੀਂ ਆਣ ਦੋ। ਦੇਖੋ ਜੋ ਸਰਕਾਰ ਨੇ ਵਾਅਦਾ ਕੀਤਾ ਤਰੀਕੇ ਨਾਲ, ਪੂਰੇ ਪ੍ਰਬੰਧਾਂ ਦੇ ਨਾਲ ਔਰ ਗੰਭੀਰਤਾ ਦੇ ਨਾਲ। ਆਉਣ ਵਾਲਾ ਸਮਾਂ ਤਾਂ ਕਿਸਾਨਾਂ ਲਈ ਹੋਰ ਮਾੜਾ ਜੀ। ਪ੍ਰੈਡਿਕਸ਼ਨ ਹੋ ਗਈ ਹੈ ਬਰਸਾਤ ਦੀ 25 ਤੇ 27 ਦੀ, ਉਸ ਤੋਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲਾ ਸਮਾਂ ਦੱਸੂਗਾ। ਅੱਜ 24 ਤਰੀਕ ਹੋ ਗਈ ਹੈ, ਹੁਣ ਕੱਲ ਜਾਂ ਪਰਸੋਂ ਬਰਸਾਤ ਪੈ ਜਾਏਗੀ ਤਾਂ ਇਹ ਜਿਹੜੀਆਂ ਓਪਨ ਪਲੰਥਾਂ ਪਈਆਂ ਕਣਕਾਂ ਨੇ ਹੁਣ ਤਰਤੀਬ ਨਾਲ ਸ਼ੁਰੂ ਹੋ ਗਈ। ਹਾਂਜੀ ਸੰਘਾ ਸਾਹਿਬ। ਹਰਪ੍ਰੀਤ ਜੀ, ਰਠੌਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਸਭ ਤੋਂ ਪਹਿਲੀ ਗੱਲ ਹੈ ਜਿਹੜੀਆਂ ਟਰੱਕ ਯੂਨੀਅਨਸ ਭੰਗ ਕੀਤੀਆਂ ਗਈਆਂ, ਜਦੋਂ ਲਿਫਟਿੰਗ ਦੇ ਵਿੱਚ ਟਰਾਂਸਪੋਰਟੇਸ਼ਨ ਦੀ ਕਮੀ ਆਈ ਹੈ, ਉਹ ਵੀ ਇੱਕ ਪ੍ਰੋਬਲਮ ਹੈ। ਵਿਦਾਊਟ ਐਨੀ ਹੋਮਵਰਕ, ਵਿਦਾਊਟ ਐਨੀ ਡਿਟੇਲਡ ਐਕਸਰਸਾਈਜ਼ ਉਹ ਡਿਸੀਜਨ ਲਿਆ ਗਿਆ। ਕੋਈ ਉਹਦਾ ਮਤਲਬ ਕਿ ਰੈਗੂਲਰ ਮੈਨਰ ਦੇ ਵਿੱਚ ਸਟ੍ਰੀਮਲਾਈਨ ਕੋਈ ਨਵਾਂ ਉਹਦੇ ਨਾਲ ਅਡਾਪਟ ਨਹੀਂ ਕੀਤਾ ਗਿਆ ਹੈਗਾ, ਜਿਹਦੇ ਕਾਰਨ ਇੱਕ ਤਾਂ ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ। ਔਰ ਸਾਰੇ ਥਾਵਾਂ ਤੇ ਮੰਡੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਪ੍ਰੋਬਲਮ ਆ ਹਰੇਕ ਜ਼ਿਲ੍ਹੇ ਦੇ ਵਿੱਚ। ਜਲਾਲਾਬਾਦ ਦੇ ਵਿੱਚ ਇੱਕ ਹੋਰ ਪ੍ਰੋਬਲਮ ਆ ਰਹੀ ਹੈ, ਜਿੱਥੇ ਇੱਕ ਗੁੰਡਾ ਟੈਕਸ ਉਹਦਾ ਆਪਾਂ ਜ਼ਿਕਰ ਸੈਕੰਡ ਸੈਗਮੈਂਟ 'ਚ ਕਰਾਂਗੇ। ਆਪਣੇ ਕੋਲ ਡਿਟੇਲ ਹੈਗੀ ਉਹਦੀ। ਹਰ ਥਾਂ ਕੋਈ ਨਾ ਕੋਈ ਪ੍ਰੋਬਲਮ ਹੈ। ਇਸੇ ਤਰ੍ਹਾਂ ਬਠਿੰਡੇ ਦੇ ਵਿੱਚ ਹੈਗੀ ਆ ਪੱਕਾ ਕਲਾ ਮੰਡੀ, ਉੱਥੇ ਪ੍ਰੋਬਲਮ ਆਈ। ਸਾਡੇ ਮੋਗੇ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ, ਤੁਸੀਂ ਉੱਥੇ ਜਾ ਕੇ ਮਤਲਬ ਕਿ ਜਿਹੜੇ ਆਪਣਾ ਪਾਸ ਹੁੰਦੇ ਉਹ ਚੈੱਕ ਕਰ ਸਕਦੇ। ਬਾਰਦਾਨੇ ਦੀ ਬਹੁਤ ਜ਼ਿਆਦਾ ਕਮੀ ਹੈ। ਸਟੈਗ ਹੈ ਜਿਹੜੇ ਉਹ ਸ਼ੈਡਸ ਦੇ ਥੱਲੇ ਲੱਗੇ ਹੋਏ ਆ, ਪੂਰੇ ਭਰੇ ਪਏ ਆ। ਬਾਕੀ ਜਿਹੜਾ ਹੈਗਾ ਕਣਕ ਹੈ, ਫਸਲ ਹੈ, ਉਹ ਬਾਹਰ ਸੜਕਾਂ ਤੇ ਆਈ ਪਈ ਹੈਗੀ ਆ ਮੰਡੀ ਦੇ ਵਿੱਚੋਂ ਬਾਹਰ, ਕੋਈ ਲਿਫਟਿੰਗ ਨਹੀਂ ਹੋ ਰਹੀ। ਔਰ ਦੂਜੀ ਗੱਲ ਇਹ ਹੈਗੀ ਆ, ਉੱਥੇ ਵਾਕਈ ਕਿਹਾ ਜਾ ਰਿਹਾ ਹੈ ਕਿ ਦਾ ਆਪਣਾ ਬੋਰੀ ਦੇ ਮਗਰ 2 ਰੁਪਏ ਦਿਓ, 4 ਰੁਪਏ ਦਿਓ, 6 ਰੁਪਏ ਦਿਓ, 8 ਰੁਪਏ 10 ਰੁਪਏ ਤੱਕ ਬੋਰੀ ਦੀ ਲਿਫਟਿੰਗ ਹਰ ਮੰਡੀ 'ਚ ਸੁਣਨ ਨੂੰ ਮਿਲਦੀ ਹੈ। ਇਹ ਬਹੁਤ ਵੱਡੀ ਪ੍ਰੋਬਲਮ ਇਸ ਵਾਰ ਆਈ ਹੋਈ ਹੈਗੀ ਹੈ। ਕੋਈ ਮਤਲਬ ਕਿ ਲਿਫਟਿੰਗ ਦੀ ਵੀ ਬਹੁਤ ਪ੍ਰੋਬਲਮ, ਲੇਬਰ ਦੀ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਬਾਰਦਾਨੇ ਦੀ ਬਹੁਤ ਵੱਡੀ ਪ੍ਰੋਬਲਮ। ਬਰਾੜ ਸਾਹਿਬ, ਜਿਹੜੀ ਗੱਲ ਰਠੌਰ ਸਾਹਿਬ ਨੇ ਕਹੀ ਹੈ ਕਿ ਇਹ ਕੁਝ ਨਵਾਂ ਨਹੀਂ ਹੈ, ਔਰ ਵਾਕਈ ਸਾਡੇ ਕੋਲ ਵੀ ਜਿਹੜੀਆਂ ਬੜੀਆਂ ਖਬਰਾਂ ਪਿਛਲੇ ਸਾਲਾਂ ਦੇ ਵਿੱਚ ਵੀ ਆਉਂਦੀਆਂ ਰਹੀਆਂ ਕਿ ਲਿਫਟਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਲੇਬਰ ਦੇ ਵਿੱਚ, ਬਾਰਦਾਨੇ ਦੇ ਵਿੱਚ, ਢੋਆ ਢਵਾਈ ਦੇ ਵਿੱਚ। ਫਿਰ ਅਜਿਹਾ ਨਵਾਂ ਕੀ ਹੈ? ਫਿਰ ਦੇਖੋ, ਕਿਤੇ ਨਾ ਕਿਤੇ ਹੋ ਸਕਦਾ ਸਾਡੇ ਵੇਲੇ ਕਮੀ ਪੇਸ਼ੀ ਰਹੀ ਹੋਵੇ, ਕਿਉਂਕਿ ਕਿਸੇ ਨਾ ਕਿਸੇ ਅਫਸਰ ਦੀ ਜਾਂ ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਰਹਿ ਸਕਦੀ ਹੈ। ਪਰ ਜਾਣ ਬੁੱਝ ਕੇ ਸਰਕਾਰ ਨੇ ਇਹ ਜਿਹਾ ਮਾਹੌਲ ਕ੍ਰੀਏਟ ਕਰਨਾ, 90,000 ਟਰੱਕ ਆਪਰੇਟਰ ਨੂੰ ਉਹ ਜਿਵੇਂ ਕਹਿੰਦੇ ਨਾ ਲੱਸੀ ਚੋਂ ਵਾਲ ਵਾਂਗੂ ਬਾਹਰ ਕੱਢ ਕੇ ਰੱਖ ਦੇਣਾ। ਇਹ ਪਹਿਲਾਂ ਤਾਂ ਉਹ 90,000 ਦੇ ਢਿੱਡ ਤੇ ਲੱਤ ਮਾਰੀ ਹੈ, ਔਰ ਹੁਣ ਜਿਹੜਾ ਹੈਗਾ ਕਿਸਾਨਾਂ ਦੇ ਢਿੱਡ ਤੇ ਲੱਤ ਮਾਰੀ ਹੈ। ਸੰਘਾ ਸਾਹਿਬ ਨੇ ਠੀਕ ਕਿਹਾ, ਇਹ 20-21 ਤਰੀਕ ਤੱਕ 1.5-2 ਰੁਪਏ ਤੱਕ ਦੀ ਗੱਲ ਚੱਲਦੀ ਸੀ। ਅੱਜ 8, 9, 7, 10 ਜਿੱਥੇ ਕਿਤੇ ਸੈੱਟ ਹੋ ਜਾਂਦਾ, ਗੱਟੇ ਮਗਰੇ ਰੇਟ ਸੈੱਟ ਹੋ ਜਾਂਦਾ। ਤੇ ਜ਼ਿਮੀਂਦਾਰ ਨੂੰ ਇਹ ਹੈ ਵੀ ਮੇਰਾ ਖਹਿੜਾ ਛੁੱਟੇ, ਇੱਕ ਵਾਰੀ ਆੜਤੀਏ ਦੇ ਪੱਲੇ ਪੈ ਜੇ। ਤੇ ਆੜਤੀਏ ਨੂੰ ਇਹ ਹੈਗਾ ਵੀ ਜਿਹੜਾ ਮੇਰੇ ਪੱਲੇ ਰਹਿ ਗਿਆ, ਤੇ ਜਿੰਨਾ ਚਿਰ ਮੈਂ ਪਹੁੰਚਾਉਂਦਾ ਨਹੀਂ ਕਿਤੇ, ਤੇ ਉਹਨਾਂ ਚਿਰ ਇਹ ਮੇਰੇ ਪੱਲੇ ਪੈਂਦਾ। ਇਸ ਕਰਕੇ ਉਹ ਇਸ ਡਰ ਦੇ ਵਿੱਚ ਲੁਟਾ ਰਹੇ ਆ। ਜਿਵੇਂ ਹੁਣ ਤੁਸੀਂ ਦੱਸਿਆ ਕਿ ਬਾਰਿਸ਼ ਦੀ ਪ੍ਰੋਡਕਸ਼ਨ ਹੈ, ਪਹਿਲਾਂ ਵੀ ਬਾਰਿਸ਼ ਦੀ ਪ੍ਰੋਡਕਸ਼ਨ ਸੀ। ਇਸੇ ਤਰ੍ਹਾਂ ਕਰਕੇ ਮਤਲਬ 4 ਚਪੇਰੋਂ ਕਿਸਾਨ ਲੁੱਟਿਆ ਜਾ ਰਿਹਾ। ਔਰ ਜਿਹੜੇ ਪ੍ਰਬੰਧਾਂ ਦੀ ਗੱਲ ਕਰਦੇ ਆ,
ਸਰਕਾਰ ਨੇ ਜਿੱਥੇ ਟਰੱਕ ਯੂਨੀਅਨ ਨਾਲ ਪਤਾ ਨਹੀਂ ਇੱਕ ਅੱਧੇ ਜਗ੍ਹਾ ਦਾ ਝਗੜਾ ਸੀਗਾ ਕਿ ਨਹੀਂ ਝਗੜਾ ਸੀਗਾ, ਸਾਰੇ ਪੰਜਾਬ ਦਾ ਐਡਾ ਪੁਰਾਣਾ ਜਿਹੜਾ ਉਹ ਇੱਕ ਆਪਦਾ ਕੋਆਪਰੇਟਿਵ ਸਿਸਟਮ ਸੀ ਉਹਨਾਂ ਦਾ, ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਸਰਕਾਰ ਉਲਟਾ ਉਹਨਾਂ ਦੇ ਰੇਟ ਤੈਅ ਕਰਦੀ ਸੀ ਕਿ ਕਿੰਨੇ ਕਿਲੋਮੀਟਰ ਚੱਲਦਾ ਤਾਂ ਕੀ ਰੇਟ ਹੈਗਾ, ਇਹ ਸਰਕਾਰ ਤੈਅ ਕਰਦੀ ਤੇ ਫਿਰ ਵੀ ਚੱਕ ਕੇ ਗਲ 'ਚ ਗੂਠਾ ਦੇ ਕੇ ਬੰਦ ਕਰਤੀ। ਤੇ ਦੂਜੀ ਗੱਲ, ਜਦੋਂ ਪ੍ਰਬੰਧ ਕਰਨ ਦਾ ਮੌਕਾ ਸੀ ਉਦੋਂ 7 ਦਿਨ ਦਿੱਲੀ ਬੈਠੇ ਰਹੇ ਸਾਰਾ ਦਿਨ, ਸਾਰੇ ਜਾ ਕੇ ਕਿ ਆਪਦਾ ਵਜ਼ਾਰਤ ਬਣਾਉਣੀ ਹੈ। ਇੱਕ ਵੀ ਬੰਦਾ ਕਾਂਗਰਸ ਪਾਰਟੀ ਦਾ ਤੁਸੀਂ ਸਾਰੇ ਪੰਜਾਬ ਦੇ ਵਿੱਚ ਲੱਭ ਦਿਓ ਜਿਹੜਾ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਲਈ ਗਿਆ ਹੋਵੇ। ਇੱਕ ਵੀ ਕੋਈ ਅਫਸਰ, ਜਿਵੇਂ ਪਹਿਲਾਂ ਫਿਰਦੇ ਸੀ, ਜਿਵੇਂ ਸਾਡੇ ਵੇਲੇ ਹੁੰਦਾ ਸੀ ਕਿ ਸੈਕਟਰੀ ਲੈਵਲ ਦੇ ਜਿਹੜੇ ਅਫਸਰ ਹੈ ਉਹ 2-2 ਜ਼ਿਲ੍ਹਿਆਂ ਦੇ ਲਾਏ ਜਾਂਦੇ ਸੀ ਤੇ ਉਹਦੇ ਹੈੱਡਕੁਆਟਰ 15-15 ਦਿਨ ਉੱਥੇ ਤਬਦੀਲ ਕੀਤੇ ਜਾਂਦੇ ਸੀ। ਕੋਈ ਪ੍ਰੋਬਲਮ ਆਉਂਦੀ ਹੈ ਦੱਸੋ, ਇਹ ਬਾਰਦਾਨਾ ਹੈ ਨਹੀਂ, ਇਸ ਕਰਕੇ ਅਸੀਂ ਖਰੀਦ ਨਹੀਂ ਰਹੇ। ਪਰਸੋਂ ਚੌਥੇ ਇੱਕ ਫਰੀਦਕੋਟ ਦੀ ਵੀਡੀਓ ਵਾਇਰਲ ਹੋਈ ਹੈ, ਉਹ ਡੀਐਫਸੀ ਕਹਿ ਰਿਹਾ ਸਾਡੇ ਕੋਲੇ ਜਗ੍ਹਾ ਹੀ ਨਹੀਂ ਯਾਰ, ਅਸੀਂ ਖਰੀਦ ਕੇ ਕੀ ਕਰੀਏ। ਮਤਲਬ ਜੇ ਕਿਸਾਨਾਂ ਨੂੰ ਇਹ ਜਵਾਬ ਮਿਲ ਰਹੇ ਆ ਮੌਕੇ ਦੇ ਅਫਸਰਾਂ ਤੋਂ ਤੇ ਕਿਸਾਨ ਕਿੱਥੇ ਜਾਣ, ਉਹ ਡਰਦੇ ਵਿਚਾਰੇ, ਕੋਈ 5 ਮੰਗਦਾ, ਕੋਈ 10 ਮੰਗਦਾ, ਗੱਟੇ ਮਗਰ ਜੋ ਲੁੱਟ ਹੋਈ ਜਾਂਦੀ ਹੈ। ਮੈਂ ਸਮਝਦਾ ਕਿ ਕਾਂਗਰਸ ਪਾਰਟੀ ਆਪਦੀ ਵਜ਼ਾਰਤ ਬਣਾਉਣ ਤੇ ਆਪਦੇ ਰੁੱਸਿਆਂ ਨੂੰ ਮਨਾਉਣ ਤੇ ਆਪਦੇ ਜਿਹੜੇ ਮੰਤਰੀ ਬਣਨ ਦੇ ਜਸ਼ਨ ਮਨਾਉਣ 'ਚ ਲੱਗੀ ਹੋਈ ਆ। ਔਰ ਜੋ ਪੰਜਾਬ ਦੀਆਂ ਮੰਡੀਆਂ 'ਚ ਹਾਲ ਹੈ, ਜੇ ਕਿਤੇ ਬਾਰਿਸ਼ ਆ ਗਈ ਤਾਂ ਮੇਰਾ ਖਿਆਲ ਹੈ ਜ਼ਿਮੀਂਦਾਰ ਦਾ ਹੋਰ ਬਹੁਤ ਮਾੜਾ ਹਾਲ ਹੋਣਾ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋ ਜਾਣਾ। ਹਾਂਜੀ ਰਾਜੇਵਾਲ ਸਾਹਿਬ, ਬਿਲਕੁਲ ਦਰੁਸਤ ਹੈ। ਇਹ ਸਾਰੇ ਪ੍ਰਬੰਧ ਪਹਿਲਾਂ ਕਰਨੇ ਹੁੰਦੇ ਆ ਹਰਪ੍ਰੀਤ ਜੀ। ਪਹਿਲੀ ਵਾਰੀ ਦੇਖਿਆ ਵੀ ਜਿਹੜਾ ਬਾਰਦਾਨੇ ਦੀ ਵੀ ਕਮੀ ਹੈ, ਬਾਰਦਾਨਾ ਤਾਂ ਪਹਿਲਾਂ ਸਾਰਾ ਅਸੈਸਮੈਂਟ ਕੀਤੀ ਹੁੰਦੀ ਹੈ ਕਿੰਨੀ ਫਸਲ ਆਉਣੀ ਹੈ, ਉਹਦੇ ਨਾਲੋਂ ਵੱਧ ਆਮ ਤੌਰ ਤੇ ਅਰੇਂਜਮੈਂਟ ਪਹਿਲਾਂ ਹੀ ਕੀਤੇ ਹੁੰਦੇ ਨੇ। ਤੇ ਮਾਰਕਫੈਡ ਨੇ ਤਾਂ ਸਾਰੀਆਂ ਮੰਡੀਆਂ ਵਿੱਚ ਤਕਰੀਬਨ, ਮੈਂ ਸਾਰੇ ਅੱਜ ਪਤਾ ਕੀਤਾ, ਸਾਰੀਆਂ ਮੰਡੀਆਂ ਜੋ ਬਾਰਦਾਨੇ ਦਾ ਬਹਾਨਾ ਲੈ ਕੇ ਆਊਟ ਹੋ ਗਈ। ਤੇ ਜਿਹੜਾ ਹੈਗਾ ਆਪਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ, ਉਹ ਕਹੀ ਜਾਂਦੇ ਨੇ ਸਾਡੇ ਕੋਲ ਸਪੇਸ ਹੈ ਨਹੀਂ। ਹੁਣ ਅੱਜ ਖੰਨੇ ਮੰਡੀ 'ਚ ਮਿੰਨਤਾਂ ਕਰਦੇ ਫਿਰਦੇ ਨੇ ਵੀ FCI ਨੂੰ ਵੀ ਤੁਸੀਂ ਇੱਥੇ ਐਂਟਰ ਕਰੋ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ 'ਚ ਅੱਜ FCI ਦੀਆਂ ਮਿੰਨਤਾਂ ਹੋ ਰਹੀਆਂ ਵੀ ਤੁਸੀਂ ਐਂਟਰ ਕਰੋ, ਕਿਉਂਕਿ ਉੱਥੇ ਪਨ ਗ੍ਰੇਨ ਕੱਲੀ ਰਹਿ ਗਈ। ਤਾਂ ਇਸ ਤਰ੍ਹਾਂ ਕੰਮ ਸਾਰਾ ਆਪਰੇਸ਼ਨ ਕਿਵੇਂ ਸਿਰੇ ਚੜੇਗਾ? ਮੈਂ ਰਾਜੇਵਾਲ ਸਾਹਿਬ ਦੀ ਗੱਲ ਨੂੰ ਥੋੜਾ ਜਿਹਾ ਅੱਗੇ ਵਧਾ ਦਿਆਂ। ਜੇ ਕੋਈ ਮਿਨਿਸਟਰ ਜਾਂ ਸਰਕਾਰ ਦਾ ਧਿਆਨ ਹੁੰਦਾ ਤਾਂ ਇਹ ਹਰ ਮਹੀਨੇ ਦੇਖਣਾ ਸੀ ਵੀ ਕਿੰਨੀ ਸਾਡੀ ਲਿਫਟਿੰਗ ਜਿਹੜੀ ਹੈ, ਕਿੰਨੇ ਰੈਕ ਲੱਗ ਕੇ ਸਾਡੇ ਸਪੇਸ ਖਾਲੀ ਹੋਣੀ ਹੈ। ਤੇ 1.25 ਸਾਲ ਸਰਕਾਰ ਸੁੱਤੀ ਰਹੀ ਹੈ, ਕੋਈ ਰੈਕ ਲੱਗਿਆ ਨਹੀਂ, ਕੋਈ ਕਿਸੇ ਨੇ ਤਾਲਮੇਲ ਨਹੀਂ ਕੀਤਾ। ਦੋ ਸਵਾਲ ਨੇ। ਹੋਰ ਮਾੜੀ ਗੱਲ ਇਹ ਹੈ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਜਾ ਕੇ ਆਪਣੇ ਜ਼ਿਲ੍ਹੇ ਦੇ ਵਿੱਚ ਮੰਡੀਆਂ 'ਚ ਘੱਟੋ ਘੱਟ ਜੇ ਉੱਪਰੋਂ ਨਹੀਂ ਡਿਊਟੀ ਲੱਗੀ, ਉਹਨਾਂ ਦੀ ਤਾਂ ਸਿੱਧੀ ਡਿਊਟੀ ਹੁੰਦੀ ਹੈ ਨਾ, ਉਹ ਵੀ ਲੁਕਦੇ ਫਿਰਦੇ ਨੇ, ਕੋਈ ਤਸੱਲੀ ਬਖਸ਼ ਜਵਾਬ ਨਹੀਂ ਲੋਕਾਂ ਨੂੰ ਦਿੰਦੇ ਜਦੋਂ ਕੋਈ ਜਾ ਕੇ ਕਿਸੇ ਦਫ਼ਤਰ ਲੱਗਦਾ ਕਿ ਸਰਕਾਰ ਇੱਥੇ ਪਛੜੀ ਜ਼ਰੂਰ ਹੈ, ਪਲੈਨਿੰਗ ਦੇ ਵਿੱਚ ਪਛੜੀ ਜ਼ਰੂਰ। ਔਰ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਕਹੀ ਸੀ ਕਿ ਜੇ ਮੰਡੀਆਂ ਦੇ ਵਿੱਚ ਤੁਹਾਡੀ ਪਹਿਰੇਦਾਰੀ ਹੁੰਦੀ, ਸਖਤ ਦਿਸ਼ਾ ਨਿਰਦੇਸ਼ ਹੁੰਦੇ ਤਾਂ ਸ਼ਾਇਦ ਅਜੇ ਹਾਲਾਤ ਨਾ ਬਣਦੇ। ਬਿਲਕੁਲ ਸਖਤ ਦਿਸ਼ਾ ਨਿਰਦੇਸ਼ ਹੈਗੇ ਨੇ ਮੰਡੀਆਂ 'ਚ। ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕੀਤੀ ਹੈ, ਕੋਈ ਨਵੀਂ ਗੱਲ ਨਹੀਂ ਹੈਗੀ, ਇਹ ਹਰ ਸੀਜ਼ਨ ਦੇ ਅੰਦਰ ਹੁੰਦਾ ਆਇਆ। ਪਿਛਲੇ 10 ਸਾਲ ਦੇ ਅੰਦਰ ਵੀ ਹਰ ਸੀਜ਼ਨ 'ਚ ਕਮੀਆਂ ਹੁੰਦੀਆਂ ਸੀਗੀਆਂ। ਬਾਰਦਾਨੇ ਦੀ ਵੀ ਕਮੀ ਹੁੰਦੀ ਸੀਗੀ, ਕਿਤੇ ਨਾ ਕਿਤੇ ਲਿਫਟਿੰਗ ਦੇ ਅੰਦਰ ਵੀ ਪ੍ਰੋਬਲਮ ਆਉਂਦੀ ਸੀ। ਇਹ ਐਤਕੀ ਕੋਈ ਨਵੀਂ ਗੱਲ ਨਹੀਂ ਹੋਈ ਕਿ ਵੀ ਨਵੀਂ। ਹਾਂ, ਐਤਕੀ ਜਿਹੜੀ ਤੁਹਾਨੂੰ ਗੱਲ ਦੱਸ ਰਿਹਾ ਹੈ ਕਿ ਇੱਕਦਮ ਫਸਲ ਆ ਗਈ ਹੈ, ਜ਼ਿਆਦਾ ਫਸਲ ਆ ਗਈ ਹੈ। ਔਰ ਦੂਜੀ ਗੱਲ ਜਿਹੜੀ ਕਹਿੰਦੇ ਆ ਕਿ ਸਾਰੇ ਹਮੇਸ਼ਾ ਹੀ ਇੱਕਦਮ ਆਉਂਦੀ ਹੁੰਦੀ ਹੈ, ਕਣਕ ਦਾ ਸੀਜ਼ਨ ਹੀ 15 ਦਿਨ ਦਾ ਰਹਿ ਗਿਆ। ਜਿਹੜੀ ਗੱਲ ਕਹਿ ਰਹੇ ਕਿ ਦਿੱਲੀ ਜਾ ਕੇ ਬਹਿ ਗਏ, ਤੁਸੀਂ ਦੇਖੋ ਮੰਤਰੀ ਮੰਡਲ ਦਾ ਵਿਸਤਾਰ ਹੋਣਾ ਸੀਗਾ। ਔਰ ਕੋਈ ਵੀ ਸਰਕਾਰ ਹੋਵੇ, ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ, ਜਦ ਮੰਤਰੀ ਮੰਡਲ ਦਾ ਵਿਸਤਾਰ ਹੁੰਦਾ ਹੈ ਤਾਂ ਸਾਰੇ ਲੋਕਾਂ ਦਾ। ਔਰ ਜਿਹੜੀ ਤੁਸੀਂ ਗੱਲ ਕਹਿ ਰਹੇ ਮੰਡੀਆਂ ਦੇ ਅੰਦਰ ਕੋਈ ਬੰਦਾ ਨਹੀਂ ਗਿਆ, 1 ਸਾਲ 1 ਮਹੀਨਾ ਟਲ ਗਈ, 2 ਮਹੀਨੇ ਹੋਰ ਟਾਲ ਦਿੰਦੇ। ਉਹ ਸਾਡੇ ਜਿਹੜੇ ਤੁਸੀਂ ਕਹਿ ਰਹੇ ਮੰਡੀਆਂ ਦੇ ਅੰਦਰ ਕੋਈ ਬੰਦਾ ਨਹੀਂ ਗਿਆ, ਮੰਡੀਆਂ ਦੇ ਅੰਦਰ ਮੈਂ ਤੁਸੀਂ ਕਹਿ ਰਹੇ ਨਾ ਮੰਡੀਆਂ ਦੇ, ਮੈਂ ਅੱਜ 3 ਮੰਡੀਆਂ ਘੁੰਮ ਕੇ ਆਇਆ। ਮੈਂ ਲਾਲੜੂ ਗਿਆ, ਮੈਂ ਖਿਜਰਾਬਾਦ ਗਿਆ ਤੇ ਮੈਂ ਡੇਰਾਬੱਸੀ ਜਾ ਕੇ ਆਇਆ। ਮੈਨੂੰ ਉੱਥੇ ਲਿਫਟਿੰਗ 'ਚ ਕੋਈ ਦਿੱਕਤ ਨਜ਼ਰ ਨਹੀਂ ਆਈ। ਚਲੋ ਆਪਾਂ ਖੰਨੇ ਮੰਡੀ ਦੀ ਮੈਂ ਗੱਲ ਕਰਦਾ, ਖੰਨੇ ਮੰਡੀ ਦੀ ਮੈਂ ਤੁਹਾਨੂੰ ਗੱਲ ਦੱਸਦਾ। ਖੰਨੇ ਮੰਡੀ ਮੇਰੀ ਗੱਲ ਹੋਈ ਹੈ, ਦਿੱਕਤ ਜ਼ਰੂਰ ਹੋਈ ਹੈ, ਲੇਟ ਜ਼ਰੂਰ ਹੋਈ ਹੈ, ਲੇਕਿਨ ਇਹੋ ਜਿਹਾ ਨਹੀਂ ਹੈ ਕਿ ਵੀ ਇੱਕ ਕੋਈ ਮਤਲਬ ਬਲੰਡਰ ਕੋਈ ਇਹ ਲੱਗ ਰਿਹਾ ਕਿ ਬਹੁਤ ਪੈਦਾ ਹੋ ਗਈ ਹੈ। ਮੇਰਾ ਆਪਣਾ ਪਿੰਡ ਖੰਨੇ 'ਚ ਪੈਂਦਾ, ਖੰਨੇ ਮੰਡੀ ਦੇ ਵਿੱਚ ਅੱਜ ਠੇਕੇਦਾਰ ਭੱਜ ਗਿਆ ਤੁਹਾਡਾ। ਮੇਰੀ ਗੱਲ ਪੱਚੀਵਾਂ ਸਾਹਿਬ ਤੋਂ ਪੁੱਛ ਰਹੇ, ਅੰਮ੍ਰਿਤਸਰ, ਤਰਨਤਾਰਨ, ਤਿੰਨੇ ਜ਼ਿਲ੍ਹਿਆਂ 'ਚ ਅਜੇ 20 ਮੰਡੀਆਂ ਐਸੀਆਂ ਨੇ ਜਿੱਥੇ ਲਿਫਟਿੰਗ ਸ਼ੁਰੂ ਨਹੀਂ ਹੋਈ। ਮੈਂ ਸਾਰੀਆਂ ਮੰਡੀਆਂ ਦੀ ਡਿਟੇਲ ਲੈ ਕੇ ਆਇਆ, ਸਾਰੇ ਜ਼ਿਲ੍ਹਿਆਂ ਤੋਂ ਪੁੱਛ ਕੇ ਵੀ ਕਿਤੇ ਕੀ ਹੋ ਰਿਹਾ। ਲਿਫਟਿੰਗ ਸ਼ੁਰੂ ਹੋਈ ਹੈ ਪਿਛਲੇ ਸਾਲਾਂ ਦੇ ਮੁਕਾਬਲੇ, ਉੱਥੇ ਵੀ 20-25% ਮਾਲ ਜਿਹੜਾ ਮਾਲਵਾ ਤਾਂ 90% ਮੰਡੀਆਂ 'ਚ ਆ ਚੁੱਕਿਆ। ਮੈਂ ਚਲੋ ਚੀਮਾ ਸਾਹਿਬ, ਇਹ ਸਾਰਾ ਕੁਝ ਸਾਰਿਆਂ ਨੂੰ ਪਤਾ ਵੀ ਕਿੱਥੇ ਲਿਫਟਿੰਗ ਹੋ ਰਹੀ ਕਿੱਥੇ ਨਹੀਂ। ਜਿਹੜਾ ਤਰਕ ਰਠੌੜ ਸਾਹਿਬ ਨੇ ਦਿੱਤਾ ਕਿ
ਇੱਕਦਮ ਝਾੜ ਵੀ ਵੱਧ ਗਿਆ ਤੇ ਇੱਕਦਮ ਜਿਹੜੀ ਹੈ ਉਹ ਜਿਣਸ ਆ ਗਈ, ਇਸ ਕਰਕੇ ਸਮੱਸਿਆ ਆ ਰਹੀ ਹੈ। ਅਦਰਵਾਈਜ਼ ਕੋਈ ਸਮੱਸਿਆ ਨਹੀਂ। ਮੈਂ ਇਹਦੇ ਚ ਮੈਂ ਟਰਾਂਸਪੋਰਟੇਸ਼ਨ ਦਾ ਕੁਝ ਨਾ ਕੁਝ ਹਿੱਸਾ ਰਿਹਾ ਹੈ, ਲੇਕਿਨ ਇਹ ਸਰਕਾਰ ਕੋ ਰਸਤਾ ਜਿਹੜਾ ਸੀਗਾ ਉਹ ਸਰਕਾਰ ਰਸਤਾ ਕੱਢ ਰਹੀ ਹੈ। ਮੈਂ ਦੇਖੋ ਉਸ ਰਸਤੇ ਨੂੰ ਕੱਢ ਕੇ ਚੀਮਾ ਸਾਹਿਬ ਤੋਂ ਰਿਐਕਸ਼ਨ ਲੈ ਲਈਏ ਨਾ ਫਿਰ। ਮੈਂ ਆਨਾ ਸੰਜੇ ਸਾਹਿਬ ਇੱਕ ਬਤਾ ਦੇਵਾਂ ਸਾਰਿਆਂ ਦੀ, ਕਿਉਂਕਿ ਅਸੀਂ ਮੰਡੀਆਂ 'ਚ ਰਹਿੰਦੇ ਆ। ਦਿੱਕਤਾਂ ਪਿਛਲੀ ਸਰਕਾਰ ਵੇਲੇ ਵੀ ਆਈਆਂ ਨੇ 1-2 ਫਸਲਾਂ 'ਚ, ਪਰ ਇਹ ਮੈਂ ਤੁਹਾਨੂੰ ਦੱਸਦਾ ਕਣਕ ਦੀ ਫਸਲ ਜਿਹੜੀ ਹੈ ਉਹਦੇ 'ਚ ਕਦੇ ਦਿੱਕਤ ਨਹੀਂ ਆਈ, ਇਹ ਪਹਿਲੀ ਵਾਰ ਹੋਇਆ। ਝੋਨੇ 'ਚ ਦਿੱਕਤਾਂ ਆਉਂਦੀਆਂ ਨੇ, ਝੋਨੇ ਦੀ ਕ੍ਰੌਪ ਵੱਧ ਹੁੰਦੀ ਹੈ, ਗਿੱਲੀ ਸੁੱਕੀ ਹੁੰਦੀ ਹੈ, ਮੀਂਹ ਪੈ ਜੇ ਬੜੀ ਮੁਸੀਬਤ ਹੁੰਦੀ। ਕਣਕ ਦੇ ਵਿੱਚ ਇਹ ਦਿੱਕਤ ਆਵੇ, ਕਣਕ ਤਾਂ ਸਾਡੀ ਜਿਹੜੀ ਹੈ ਉਹ ਮਤਲਬ ਇੰਸਪੈਕਟਰ ਕਹਿੰਦੇ ਨੇ ਵੀ ਜਿੰਨੀ ਆਈ ਹੈ ਭਰ ਦਿਓ, ਇਸ ਤਰ੍ਹਾਂ ਦੀ ਮਤਲਬ ਪੋਜੀਸ਼ਨ ਹੋਇਆ ਕਰਦੀ ਸੀ। ਕਣਕ 'ਚ ਦਿੱਕਤ ਆਉਣੀ ਹੈ ਪਹਿਲੀ ਵਾਰ, ਮਤਲਬ ਅਸੀਂ ਇੰਨਾ ਜਿਹੜਾ ਉਹ ਕਸ਼ਟ ਦੇਖ ਰਹੇ ਹਾਂ। ਠੀਕ ਹੈ, ਠੀਕ ਹੈ। ਮੈਂ ਆਦਾ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ। ਮੌਸਮ ਦੇ ਲਿਹਾਜ਼ ਨਾਲ ਇਸ ਵਾਰੀ ਸਗੋਂ ਕਣਕ ਲੇਟ ਆਈ ਹੈ, ਇਹਨਾਂ ਨੂੰ ਸਗੋਂ ਵੱਧ ਸਮਾਂ ਮਿਲ ਗਿਆ। ਅੱਗੇ ਤਾਂ ਪਹਿਲੇ ਹਫ਼ਤੇ ਆ ਜਾਂਦੀ ਸੀ, ਐਤਕੀ ਵਿਸਾਖੀ ਤੋਂ ਬਾਅਦ ਕਣਕ ਸ਼ੁਰੂ ਹੋਈ ਹੈ। ਹਾਲਾਂਕਿ ਸਰਕਾਰੀ ਖਰੀਦ 1 ਅਪ੍ਰੈਲ ਦੀ ਸੀ, ਸਰਕਾਰੀ ਖਰੀਦ 1 ਅਪ੍ਰੈਲ ਦੀ ਸੀ ਔਰ ਮੰਡੀਆਂ ਦੇ ਵਿੱਚ 7 ਤੋਂ ਬਾਅਦ ਆਣੀ ਸ਼ੁਰੂ ਹੋਈ ਹੈ। ਫਿਰ ਵੀ ਇਹਨਾਂ ਕੋਲ 7-8 ਦਿਨ ਸੀਗੇ। ਵਿਸਾਖੀ ਤੋਂ ਬਾਅਦ ਹੀ ਛੋਟਾ ਜਿਹਾ ਬ੍ਰੇਕ ਆਪਾਂ ਲੈ ਲਈਏ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀ ਜਿਹੜੀ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ, ਭਾਵੇਂ ਲਿਫਟਿੰਗ ਦੀ ਸਮੱਸਿਆ ਹੋਵੇ ਔਰ ਜਿਸ ਤਰ੍ਹਾਂ ਢੋਆ ਢੁਆਈ ਦੀ ਸਮੱਸਿਆ ਹੋਵੇ ਜਾਂ ਫਿਰ ਬਾਰਦਾਨੇ ਦੀ ਸਮੱਸਿਆ ਹੋਵੇ, ਪਰ ਇੱਕ ਹੋਰ ਸਮੱਸਿਆ ਜਿਹੜੀ ਹੈ ਉਹ ਇੱਕ ਮੰਡੀ ਦੇ ਵਿੱਚ ਆਈ ਹੈ ਔਰ ਉਹ ਗੰਭੀਰ ਸਮੱਸਿਆ ਹੈਗੀ ਹੈ ਔਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਅਜਿਹੀਆਂ ਸਮੱਸਿਆਵਾਂ ਹੋਰ ਵੀ ਵੱਧ ਜਾਣ, ਜਿਹਦੀ ਗੱਲ ਸੰਘਾ ਸਾਹਿਬ ਪਹਿਲੇ ਕਰ ਰਹੇ ਸੀ ਕਿ ਇੱਕ ਨਵੀਂ ਤਰ੍ਹਾਂ ਦਾ ਟੈਕਸ ਸਾਹਮਣੇ ਆਇਆ, ਡਾਲਾ ਟੈਕਸ। ਔਰ ਕੀ ਉਹ ਡਾਲਾ ਟੈਕਸ, ਇਸੇ ਤੇ ਇੱਕ ਖਾਸ ਰਿਪੋਰਟ ਦੇਖ ਲਓ, ਫਿਰ ਚਰਚਾ ਕਰਦੇ ਹਾਂ। ਰੇਤਾ ਬਜਰੀ ਤੇ ਗੁੰਡਾ ਟੈਕਸ, ਮਾਈਨਿੰਗ 'ਚ ਗੁੰਡਾ ਟੈਕਸ ਅਤੇ ਹੁਣ ਕਣਕ ਦੇ ਡਾਲੇ ਦੇ ਨਾਂ ਤੇ ਗੁੰਡਾ ਟੈਕਸ। ਇੱਕ ਵਾਰ ਫੇਰ ਕਾਂਗਰਸੀ ਆਗੂ ਤੇ ਲੱਗੇ ਇਲਜ਼ਾਮ। ਜੀ ਹਾਂ, ਹੁਣ ਕਣਕ ਦੀ ਲਿਫਟਿੰਗ ਤੇ ਵਸੂਲਾ ਜਾ ਰਿਹਾ ਹੈ ਡਾਲਾ ਟੈਕਸ, ਜਿਸ ਦਾ ਖੁਲਾਸਾ ਜਲਾਲਾਬਾਦ 'ਚ ਪੈਂਦੀ ਦਾਣਾ ਮੰਡੀ 'ਚ ਉਦੋਂ ਹੋਇਆ ਜਦੋਂ ਡੀਸੀ ਫਾਜ਼ਿਲਕਾ ਨੇ ਇੱਥੋਂ ਦਾ ਦੌਰਾ ਕੀਤਾ। ਸਤਾਏ ਆੜਤੀਆਂ ਤੇ ਕਿਸਾਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਤੋਂ ਲਿਫਟਿੰਗ ਵੇਲੇ ਜ਼ਬਰੀ ਰਿਸ਼ਵਤ ਮੰਗੀ ਜਾ ਰਹੀ ਹੈ। ਜੇ ਤੁਸੀਂ ਵੀ ਨਹੀਂ ਸਮਝੇ ਕਿ ਡਾਲਾ ਟੈਕਸ ਹੈ ਕੀ, ਤਾਂ ਸੁਣੋ ਇਸ ਆੜਤੀਏ ਦੀ ਜ਼ੁਬਾਨੀ। ਜਦੋਂ ਰਸ਼ ਹੋ ਜਾਂਦਾ ਮੰਡੀ ਦੇ ਵਿੱਚ ਤੇ ਹਰ ਇੱਕ ਆੜਤੀਆ ਕੋਸ਼ਿਸ਼ ਕਰਦਾ ਵੀ ਮੇਰਾ ਮਾਲ ਲਿਫਟ ਹੋਵੇ। ਉਹ ਫਿਰ ਜਿਹੜਾ ਵਹੀਕਲ ਵਾਲਾ ਉਹ ਉਹਦੇ ਕੋਲੋਂ ਡਾਲਾ ਮੀਨਸ ਤੁਸੀਂ ਕਹਿੰਦੇ ਰਿਸ਼ਵਤ ਗਿਣ ਲਓ ਵੀ ਮੈਂ 2 ਰੁਪਏ 3 ਰੁਪਏ 4 ਰੁਪਏ ਕੱਟਾ ਐਕਸਟਰਾ ਲਾਂਗਾ। ਜਿਹੜੇ ਠੇਕੇਦਾਰ ਤੋਂ ਲੈਣੇ ਉਹ ਤੋਂ ਲੈਣੇ ਹੀ ਲੈਣੇ ਆ। ਉਹ ਆੜਤੀਏ ਕੋਲੋਂ 4 ਜਾਂ 5 ਰੁਪਏ ਪਰ ਬੈਗ ਉਹ ਡਿਮਾਂਡ ਕਰਦਾ ਹੈ ਆਪਦੇ ਵਹੀਕਲ ਵਿੱਚ ਲੋਡ ਕਰਾਉਣ ਦੀ। ਇਹਨੂੰ ਡਾਲਾ ਕਹਿੰਦੇ ਆ। ਮਤਲਬ ਜੇ ਆੜਤੀਏ ਨੇ ਆਪਣੀ ਕਣਕ ਦੀ ਲਿਫਟਿੰਗ ਕਰਵਾਉਣੀ ਹੈ ਤਾਂ ਹਰੇਕ ਬੋਰੀ ਪਿੱਛੇ ਘੱਟੋ ਘੱਟ 4 ਰੁਪਏ ਰਿਸ਼ਵਤ ਦੇਣੀ ਹੋਵੇਗੀ ਅਤੇ ਅੱਗਿਓਂ ਆੜਤੀਆ ਆਪਣੇ ਨੁਕਸਾਨ ਦੀ ਭਰਪਾਈ ਕਿਸਾਨਾਂ ਤੋਂ ਕਰਦਾ ਹੈ। ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਦੀ ਹੈਰਾਨੀ ਉਦੋਂ ਹੋਰ ਵੱਧ ਗਈ ਜਦੋਂ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ ਕਿਸੇ ਆਮ ਆਦਮੀ ਤੇ ਨਹੀਂ, ਸਗੋਂ ਸਾਬਕਾ ਕਾਂਗਰਸੀ ਮੰਤਰੀ ਹੰਸਰਾਜ ਜੋਸਨ ਦੇ ਜਵਾਈ ਅਤੇ ਕਾਂਗਰਸ ਦੇ ਸਥਾਨਕ ਲੀਡਰ ਰਾਜ ਬਖਸ਼ ਤੇ ਲੱਗੇ। ਜਦੋਂ ਅਸੀਂ ਗਏ ਤੇ ਰਾਜ ਬਖਸ਼ ਠੇਕੇਦਾਰ ਦਾ ਜਿਹੜਾ ਠੇਕਾ ਹੈ ਉਹਨੇ ਸਾਡੇ ਕੋਲੋਂ 4 ਰੁਪਏ ਕੁਇੰਟਲ ਦੀ ਡਿਮਾਂਡ ਕੀਤੀ। ਉਨੀ ਦੇਰ ਕਹਿੰਦਾ ਮੈਂ ਗੱਡੀਆਂ ਲੈਣੀਆਂ, ਗੱਡੀਆਂ ਨਹੀਂ ਸਾਡੀਆਂ ਲਾ ਰਿਹਾ। ਆਹ ਬਸ ਗੱਲ ਕੋਈ ਡਾਲਾ ਵੀ ਮੰਗਿਆ ਜਾ ਰਿਹਾ। ਉਹ 4 ਰੁਪਏ ਰਿਸ਼ਵਤ ਮੰਗ ਰਿਹਾ ਜੀ ਸਾਡੇ ਕੋਲੋਂ, ਕਿਉਂਕਿ ਜਦੋਂ ਕਿ ਸਾਡੇ ਟੈਂਡਰ ਦੇ ਵਿੱਚ ਸਿਰਫ ਅਸੀਂ ਟਰਾਂਸਪੋਰਟੇਸ਼ਨ ਦੇਣੀ ਹੈ, ਨਾ ਕਿ ਅਸੀਂ ਕੋਈ ਹੋਰ ਕੋਈ ਪੈਸਾ ਦੇਣਾ। ਲੇਬਰ ਜਿਹੜੀ ਹੈ ਲੇਬਰ ਕੰਡਕਟਰ ਨੇ ਪ੍ਰੋਵਾਈਡ ਕਰਾਣੀ ਹੈ, ਉਹ ਲੇਬਰ ਹੈਗੀ ਹੈ, ਉਹ ਕਹਿੰਦੀ 4 ਰੁਪਏ ਦਿਓਗੇ ਤਾਂ ਅਸੀਂ ਲਾਵਾਂਗੇ, ਨਹੀਂ ਤਾਂ ਨਹੀਂ ਲਾਵਾਂਗੇ। ਇਹ ਰਾਜ ਬਖਸ਼ ਕੌਣ ਨੇ? ਰਾਜ ਬਖਸ਼ ਜੀ ਇਹ ਹੰਸਰਾਜ ਜੋਸ਼ਨ ਦਾ ਭਣੋਈਆ ਹੈ ਜੀ। ਆੜਤੀਆਂ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਬਾਅਦ ਡੀਸੀ ਫਾਜ਼ਿਲਕਾ ਨੇ ਇਸ ਤੇ ਤੁਰੰਤ ਰੋਕ ਲਾਉਣ ਦਾ ਭਰੋਸਾ ਵੀ ਦਿੱਤਾ ਹੈ ਕਿ ਮੈਂ ਮੀਟਿੰਗ ਸਾਰਿਆਂ ਦੇ ਨਾਲ ਵੀ ਕੀਤੀ ਹੈ, ਜਿੰਨੇ ਵੀ ਸਟੇਕ ਹੋਲਡਰਸ ਨੇ, ਤੇ ਅਸੀਂ ਸਾਰਿਆਂ ਨੂੰ ਇਹ ਕੀਤਾ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਵੀ ਇਸ਼ੂ ਡਾਲੇ ਦਾ ਜਾਂ ਕੁਝ ਵੀ ਚੀਜ਼ ਜਿਹੜੀ ਲੀਗਲ ਨਹੀਂ ਆਉਂਦਾ ਹੈ, ਤੁਸੀਂ ਰਿਟਨ 'ਚ SDM ਸਾਹਿਬ ਨੂੰ ਦਿਓ। ਐਂਡ ਸਰਪ੍ਰਾਈਜ਼ਿੰਗਲੀ ਅੱਜ ਜੋ ਮੇਰੀ ਵਿਜ਼ਿਟ ਰਹੀ ਹੈ ਉਸ ਵਿੱਚ ਬੰਦਿਆਂ ਨੇ ਸਪੈਸੀਫਿਕਲੀ ਇਹ ਗੱਲ ਸਾਨੂੰ ਨਹੀਂ ਦੱਸੀ ਹੈ, ਬਟ ਅਸੀਂ ਕਿਹਾ ਜਿੱਥੇ ਵੀ ਕੋਈ ਵੀ ਇਸ਼ੂ ਇੱਦਾਂ ਦਾ ਆਉਂਦਾ ਸਾਨੂੰ ਰਿਟਨ 'ਚ ਦਿਓ, ਫਿਰ ਡੈਫੀਨਿਟਲੀ ਗੋਇੰਗ ਟੂ ਟੇਕ ਐਕਸ਼ਨ। ਸੂਬੇ 'ਚ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ 'ਚ ਕਾਂਗਰਸੀ ਆਗੂਆਂ ਤੇ ਹੀ ਭ੍ਰਸ਼ਟਾਚਾਰ ਦੇ ਇਲਜ਼ਾਮ ਲਗਾਤਾਰ ਲੱਗ ਰਹੇ ਨੇ। ਪਹਿਲਾਂ ਮਾਈਨਿੰਗ 'ਚ ਮੰਤਰੀ ਰਾਣਾ ਗੁਰਜੀਤ, ਫਿਰ ਬਠਿੰਡਾ ਰਿਫਾਈਨਰੀ 'ਚ ਮਨਪ੍ਰੀਤ ਬਾਦਲ ਦੇ ਸਾਲੇ ਜੋਜੋ ਅਤੇ ਜਲਾਲਾਬਾਦ 'ਚ ਕਾਂਗਰਸੀ ਮੰਤਰੀ ਹੰਸਰਾਜ ਜੋਸਨ ਦੇ ਜਵਾਈ ਰਾਜ ਬਖਸ਼। ਇਲਜ਼ਾਮ ਬੇਹੱਦ ਗੰਭੀਰ ਨੇ ਪਰ ਕਾਰਵਾਈ ਨਾ ਦੇ ਬਰਾਬਰ। BS ਰਾਣੂ, PTC ਨਿਊਜ਼, ਜਲਾਲਾਬਾਦ।
हाँ जी, नवा टैक्स जिहड़ा ये सामने आया है, जिस तो बाद किसान भाईचारे ਦੇ ਵਿੱਚ ਰੋਸ ਵੀ ਹੈ ਕਿ ਹੁਣ ਡਾਲਾ ਟੈਕਸ ਵੀ ਸਾਨੂੰ ਦੇਣਾ ਪਵੇਗਾ। ਸੰਘਾ ਸਾਹਿਬ, ਤੁਸੀਂ ਇਸੇ ਟੈਕਸ ਦੀ ਗੱਲ ਕਰ ਰਹੇ ਸੀ? ਬਿਲਕੁਲ ਜੀ, ਇਹੀ ਟੈਕਸ ਦੀ ਗੱਲ ਕਰ ਰਹੇ ਸੀ। ਜਿਹੜਾ ਇਹ ਜਲਾਲਾਬਾਦ ਦਾ ਮਸਲਾ ਆਇਆ, ਇਸ ਤਰ੍ਹਾਂ ਹੋਰ ਵੀ ਛੋਟੀਆਂ ਹੋਰ ਮੰਡੀਆਂ ਦੇ ਵਿੱਚ ਵੀ ਆਇਆ। ਜਿਹੜੇ ਪਾਰਟੀ ਦੇ ਇਹਨਾਂ ਦੇ ਕਾਂਗਰਸ ਦੇ ਦੂਜੀ ਤੀਜੀ ਕਤਾਰ ਦੇ ਲੀਡਰ ਨੇ, ਉਹਨਾਂ ਨੂੰ ਇਨਡਾਇਰੈਕਟ ਵੇ, ਰਿਫਾਈਨਡ ਵੇ ਦੇ ਵਿੱਚ ਕੰਟਰੈਕਟਸ ਦਿੱਤੇ ਗਏ ਆ। ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਡਾਲਾ ਟੈਕਸ ਕਾਹਦਾ, ਇਹ ਤਾਂ ਇੱਕ ਮਤਲਬ ਕਿ ਇੱਕ ਤਰ੍ਹਾਂ ਦੀ ਐਕਸਟੋਰਸ਼ਨ ਮਨੀ ਹੈਗੀ ਹੈ ਜਿਹੜੀ ਮਤਲਬ ਕਿ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ। ਔਰ ਜਿਹੜਾ ਇਹਦਾ ਬੋਝ ਹੈ ਉਹ ਇੱਕ ਜ਼ਿਮੀਂਦਾਰ ਤੇ ਔਰ ਕਿਸਾਨ ਤੇ ਹੀ ਪੈ ਰਿਹਾ ਅਖੀਰ ਦੇ ਵਿੱਚ ਆ ਕੇ। ਹਾਂਜੀ ਰਠੌੜ ਸਾਹਿਬ, ਹੁਣ ਮਰਦਾ ਕਿਸਾਨ ਕੀ ਨਾ ਕਰੇ? ਹੁਣ ਜਿਹਦੀ ਅੱਗੇ ਢੇਰੀ ਪਈ ਆ, ਉਹ ਢੇਰੀ ਚੁੱਕਣ ਲਈ ਉਹਨੂੰ 2, 4, 5 ਰੁਪਏ ਦੇਣੇ ਪੈਣਗੇ, ਤਾਂ ਉਹ ਕਹੂਗਾ ਕਿ ਸਾਰਾ ਖਰਾਬ ਹੋਣ ਨਾਲੋਂ 4 ਰੁਪਏ ਬੋਰੀ ਦੇ ਕੇ ਆਪਣੀ ਜਾਨ ਛਡਾਵਾਂ। ਅਜਿਹੇ ਹਾਲਾਤ ਬਣ ਗਏ ਨੇ। ਦੇਖੋ, ਕਿਸੇ ਤੇ ਇਲਜ਼ਾਮ ਲਾਣਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਚੀਜ਼ ਪ੍ਰੂਫ ਹੋ। ਤੁਹਾਡੇ ਸਾਹਮਣੇ ਡਿਪਟੀ ਕਮਿਸ਼ਨਰ ਤੱਕ ਨੇ ਮੰਨ ਲਿਆ ਜੀ। ਤੁਹਾਡੇ ਸਾਹਮਣੇ ਜਿਹੜੇ ਟਰਾਂਸਪੋਰਟਰ ਨੇ, ਕਿਸਾਨ ਨੇ, ਜ਼ਿੰਮੇਦਾਰ ਨੇ ਔਰ ਡਿਪਟੀ ਕਮਿਸ਼ਨਰ, ਸਾਰਿਆਂ ਦੇ ਸਾਹਮਣੇ ਤੁਹਾਡੇ ਉਸੇ ਗੱਲ ਤੇ ਆਵਾਂਗਾ। ਕਿਸੇ ਦਾ ਨਾਮ ਲੈ ਕੇ ਕਿਸੇ ਤੇ ਇਲਜ਼ਾਮ ਲਾਣਾ, ਉਹ ਜਦ ਤੱਕ ਪ੍ਰੂਵ ਨਹੀਂ ਹੁੰਦਾ ਉਹ ਇਲਜ਼ਾਮ ਨੂੰ ਅਸੀਂ ਨਹੀਂ ਮੰਨ ਸਕਦੇ। ਹਾਂ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਅਗਰ ਇਸ ਤਰ੍ਹਾਂ ਦੀ ਘਟਨਾਵਾਂ ਹੋਈਆਂ ਹੈ ਜਾਂ ਕੋਈ ਘਟਨਾ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹਦੀ ਪੂਰੀ ਤਰ੍ਹਾਂ ਤੇ ਜਾਂਚ ਹੋਏਗੀ ਔਰ ਜਿਹੜਾ ਕੋਈ ਵੀ ਬੰਦਾ ਇਸ ਚੀਜ਼ 'ਚ ਕੋਈ ਸ਼ਾਮਲ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਐਕਸਟੋਰਸ਼ਨ ਜਿਸ ਨੂੰ ਕਹਿ ਰਹੇ ਹੈ ਕਿ ਡਾਲਾ, इस तरह की कोई घटना होने नहीं दी जाएगी। अगर कोई हुई है, अगर हुई है, अगर हुई है, अगर हुई है, अगर हुई है इस तरह की कोई घटना, वो साडी सरकार च नहीं चल सकती। रठौड़ साहब, एक खबर जिहड़ी उत्तर प्रदेश दी नहीं है, पंजाब दी है, मैं बिल्कुल कह रहा हूं जी। डिप्टी कमिश्नर जिहड़े उत्थे लाए गए ने ड्यूटी ते तैनात, उन्होंने खुद मन्ने डिप्टी कमिश्नर ने भी इक्को गल कीती है। उन्होंने इक्को गल कीती है, तुसीं मैनूं लिखत च दरखास्त दो, कहने नाल कुछ नहीं हुंदा, लिखत च दरखास्त दो ਤੇ ਕਾਰਵਾਈ ਪੂਰੀ ਜਿਹੜੀ ਕਾਰਵਾਈ ਬਣਦੀ ਹੈ ਉਹ ਕਾਰਵਾਈ ਹੋਏਗੀ। ਚੀਮਾ ਸਾਹਿਬ, ਇੱਕ ਮਿੰਟ ਮੈਂ ਆਣਾ। ਚੀਮਾ ਸਾਹਿਬ, ਜੇ ਹਾਲਾਤ ਬਣ ਕਿਉਂ ਰਹੇ ਨੇ ਕਿ ਜਿਸ ਤਰ੍ਹਾਂ ਡਾਲਾ ਟੈਕਸ ਦੇਣ ਦੀ ਲੋੜ ਕਿਉਂ ਪਈ ਹੈ? ਕਿਸਾਨ ਨਾ ਦੇਵੇ, ਕੋਈ ਜਬਰੀ ਥੋੜੀ ਤੁਹਾਡੇ ਤੋਂ ਕੋਈ ਮੰਗ ਰਿਹਾ, ਜਾਂ ਟਰਾਂਸਪੋਰਟਰ ਤੋਂ ਜਬਰੀ ਜਾਂ ਆੜਤੀਆਂ ਤੋਂ ਕੋਈ ਜਬਰੀ ਥੋੜੀ ਮੰਗ ਰਿਹਾ, ਤੁਸੀਂ ਨਾ ਦਿਓ। ਹਰਪ੍ਰੀਤ ਜੀ, ਸਾਨੂੰ ਐਸੋਸੀਏਸ਼ਨ ਤੌਰ ਤੇ ਇਸ ਤਰ੍ਹਾਂ ਦੀ ਕੋਈ ਸਿਆਸੀ ਟਿੱਪਣੀ ਚੰਗੀ ਤਾਂ ਨਹੀਂ ਲੱਗਦੀ, ਪਰ ਜਦੋਂ ਸਾਡੇ ਆਪਣੇ ਸੀਨੇ 'ਚੋਂ ਲਹੂ ਕੱਢਿਆ ਜਾਂਦਾ ਤਾਂ ਫਿਰ ਸਾਨੂੰ ਬੋਲਣ ਤੋਂ ਵੀ ਕੋਈ ਰੋਕ ਨਹੀਂ ਸਕਦਾ। ਇਹ ਟਰੱਕ ਯੂਨੀਅਨਾਂ ਜਿਹੜੀਆਂ ਸੀ, ਇਹਨਾਂ ਦੇ ਉੱਤੇ ਸਰਕਾਰ ਬਣਨ ਤੋਂ 1 ਮਹੀਨੇ ਬਾਅਦ ਜਿੰਨੇ ਵਿਧਾਨ ਬਣੇ ਹੋਏ ਸੀ ਡੈਮੋਕ੍ਰੈਟਿਕਲੀ, ਸਾਰੇ ਤੋੜ ਕੇ ਉਹਨਾਂ 'ਚੋਂ ਮੈਜੋਰਟੀ ਥਾਵਾਂ ਦੇ ਉੱਤੇ ਕਾਂਗਰਸੀਆਂ ਨੇ ਆਪਣੇ ਜਿਹੜੇ ਨੇ ਪ੍ਰਧਾਨ ਲਿਆਂਦੇ ਸੀਗੇ। ਉਸ ਤੋਂ ਬਾਅਦ ਹੁਣ ਜਿਹੜੇ ਠੇਕੇ ਲੇਟ ਹੋਏ ਨੇ, ਇਹਦੇ ਵਿੱਚ ਇਹ ਵੀ ਬਹੁਤ ਵੱਡਾ ਪਹਿਲੂ ਸੀ ਕਿ ਇਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਫੀਲੇ ਜਿਹੜੇ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਠੇਕੇ ਉਹਨਾਂ ਨੂੰ ਦਿੱਤੇ। ਸਾਰਾ ਗੁਰਦਾਸਪੁਰ ਪਿੱਟ ਰਿਹਾ, ਸਾਰਾ ਅੰਮ੍ਰਿਤਸਰ ਪਿੱਟ ਰਿਹਾ, ਐਮਐਲਏਆਂ ਦੀ ਥਾਪੀ ਹੈ ਉਹਨਾਂ ਨੂੰ, ਠੇਕੇਦਾਰਾਂ ਨੂੰ। ਅੱਜ ਤੱਕ ਮੰਡੀਆਂ 'ਚ ਉਹਨਾਂ ਨੇ ਕੋਈ ਟਰਾਲੀ ਨਹੀਂ ਭੇਜੀ। ਪਿਛਲੀ ਫਸਲ ਦੇ ਵੀ ਪੈਸੇ ਜਿਹੜੇ ਨੇ, ਪਿਛਲੀ ਕਣਕ ਆੜਤੀਆਂ ਨੇ ਆਪਣੇ ਕੋਲੋਂ ਢੋਈ ਹੋਈ ਹੈ, ਅੱਜ ਤੱਕ ਉਹਨਾਂ ਨੂੰ ਪੈਸੇ ਨਹੀਂ ਦਿੱਤੀ। ਡੀਸੀ ਸਾਹਿਬ ਦੀ ਮੀਟਿੰਗ 'ਚ ਵੀ ਕੂਕ ਕੇ ਰਹਿ ਗਏ ਆੜਤੀ, ਹੁਣ ਵੀ ਕਹੀ ਜਾਂਦੇ ਆ। ਔਰ ਆੜਤੀਆਂ ਨੇ ਸਹੁੰ ਖਾਧੀ ਹੈ ਵੀ ਐਤਕੀ ਅਸੀਂ ਮਾਲ ਨਹੀਂ ਢੋਣਾ, ਫਿਰ ਠੇਕੇਦਾਰ ਆਪ ਹੀ ਢੋਵੇ, ਟਰਾਲੀ ਨਹੀਂ, ਇਹਦੇ ਕੋਲ ਟਰੱਕ ਨਹੀਂ, ਆਏ ਸਾਲ 4 ਰੁਪਏ 5 ਰੁਪਏ ਗੱਟਾ ਜਿਹੜਾ ਸਾਡੇ ਤੋਂ ਲੈ ਜਾਂਦਾ। ਸੋ ਹਾਲਾਤ ਕਾਫੀ ਮੁਸ਼ਕਲ ਵਾਲੇ ਨੇ। ਹਾਂਜੀ ਰਾਜੇਵਾਲ ਸਾਹਿਬ, ਪਰ ਇਸ ਵਾਰੀ ਤਾਂ ਚੀਮਾ ਸਾਹਿਬ ਸਾਰੇ ਹੀ ਦੇਈ ਜਾ ਰਹੇ ਨੇ, ਕਿਉਂਕਿ ਜੇ ਜਗ੍ਹਾ ਹੀ ਨਹੀਂ ਹੈ ਤਾਂ ਕਰੋਗੇ ਕਿ ਰੱਖ ਕੇ ਕਰੋਗੇ? ਹੈ ਮੰਡੀ 'ਚ ਥਾਂ ਨਹੀਂ ਢੇਰੀ ਲਾਉਣ ਵਾਸਤੇ, ਕਿਸਾਨ ਵੀ ਫਸਿਆ, ਆੜਤੀ ਵੀ ਫਸਿਆ। ਮੈਂ ਪਿਛਲੀ ਵਾਰੀ ਵੀ ਡਿਬੇਟ 'ਚ ਕਿਹਾ ਸੀ, ਉਦੋਂ 2 ਰੁਪਏ ਕੱਟੇ ਦੀ ਗੱਲ ਕੀਤੀ ਸੀ, ਰੇਟ ਵੱਧ ਗਿਆ। ਹੁਣ ਤਾਂ ਰੇਟ ਹੋਰ ਵਧੀ ਜਾ ਰਿਹਾ ਦਿਨ ਬ ਦਿਨ। ਜੇ ਬਾਰਿਸ਼ ਪੈ ਗਈ ਤਾਂ ਪਤਾ ਨਹੀਂ ਕੀ ਹੋਣਾ ਹਾਲੇ ਤੱਕ। ਦੇਖੋ ਤੁਸੀਂ ਇਹ ਤਾਂ ਦੇਖੋ ਜੀ, ਇਹਨੂੰ ਤੁਸੀਂ ਡਾਲਾ ਟੈਕਸ ਕਹਿ ਲਓ, ਇਹਨੂੰ ਕੁਝ ਕਹਿ ਲਓ, ਐਤਕੀ ਸਾਰੇ ਸੀਜ਼ਨ 'ਚ ਚੱਲਿਆ। ਔਰ ਕਿਉਂਕਿ ਜਿਹੜੇ ਕੁਝ ਜਗ੍ਹਾ ਤੇ ਟੈਂਡਰ ਵੀ ਏਦਾਂ ਜ਼ਬਰਦਸਤੀ ਪਵਾਏ ਨੇ, ਉਹਨਾਂ ਕੋਲ ਨਾ ਲੇਬਰ ਹੈ ਨਾ ਟਰੱਕ ਨੇ, ਤੇ ਲਿਫਟਿੰਗ ਹੋਣੀ ਕਾਹਦੇ ਨਾਲ ਹੈ ਫਿਰ? ਨਾ ਅਨਲੋਡ ਕਰਨ ਵਾਲੀ ਲੇਬਰ ਹੈ, ਔਰ ਜਿਹੜੀ ਲੋਡਿੰਗ ਹੈ ਉਹ ਆੜਤੀਏ ਦੇ ਸਿਰ ਸਿੱਟਤੀ। ਆੜਤੀਏ ਦੇ ਕੋਲ ਆਪਣਾ ਕੰਮ ਕਰਨ ਵਾਸਤੇ ਲੇਬਰ ਨਹੀਂ ਹੈ। ਇਹ ਸਾਰਾ ਆਪਰੇਸ਼ਨ ਵਿੱਚ ਪ੍ਰੋਪਰਲੀ ਮੈਨੇਜਮੈਂਟ ਬੁਰੀ ਤਰ੍ਹਾਂ ਫੇਲ ਹੋਈ ਹੈ। ਜਿਹੜੀ ਗੱਲ ਚੀਮਾ ਸਾਹਿਬ ਨੇ ਕਹੀ ਨਾ ਕਿ ਪੰਜਾਬ ਦੀ ਬਦਨਾਮੀ ਵਾਲੀ, ਮੈਂ ਇੱਕ ਬੇਨਤੀ ਕਰਾਂ ਕਿ ਪਤਾ ਨਹੀਂ ਕਿਉਂ ਨਹੀਂ ਕਾਂਗਰਸ ਪਾਰਟੀ ਦੀਆਂ ਜਾਂ ਸਰਕਾਰ ਦੀਆਂ ਅੱਖਾਂ ਖੁੱਲਦੀਆਂ ਕਿ ਜਿਵੇਂ ਰਿਫਾਈਨਰੀ ਦੀ ਗੱਲ ਚੱਲੀ ਸੀ ਤੇ ਰਿਫਾਈਨਰੀ ਵਾਲਿਆਂ ਨੇ ਲਿਖ ਕੇ ਸੈਂਟਰ ਦੇ ਕੋਲੋਂ ਅਲਾਟ ਕਰਾਈ ਰੇਲ, ਤੇ ਹੁਣ ਉਹ ਰੇਲ ਤੇ ਬਜਰੀ ਤੇ ਰੇਤਾ ਲੈ ਕੇ ਜਾਂਦੇ ਆ। ਮਤਲਬ ਇਹ ਜਿਹੇ ਹਾਲਾਤ ਤਾਂ ਸ਼ਾਇਦ ਬਿਹਾਰ 'ਚ ਵੀ ਨਾ ਹੋਣ ਕਿ ਟਰੱਕ ਲੰਘਿਆ ਜਾਂਦਾ ਫੈਕਟਰੀ ਤੱਕ ਨਹੀਂ ਪਹੁੰਚਦਾ। ਇਹਦਾ ਮਤਲਬ ਕੋਈ ਕਾਰਨ ਐਸੇ ਬਣੇ ਨਾ, ਤੇ ਇੱਕ ਰੇਲ ਦੀ ਡਿਲੀਵਰੀ ਉੱਥੇ ਹੋ ਵੀ ਗਈ ਹੈ। ਤੁਸੀਂ ਰਠੌੜ ਸਾਹਿਬ ਇਸ ਕਰਕੇ ਕਿਰਪਾ ਕਰਕੇ ਇਸ ਗੱਲ ਦਾ ਅੰਦਾਜ਼ਾ ਲਾਓ,
ਜਿਹੜੇ ਬੰਦਿਆਂ ਨੇ ਰੇਲ ਅਲਾਟ ਕੀਤੀ ਹੋਣੀ ਹੈ, ਜਿਹੜੇ ਮਹਿਕਮੇ ਦੇ ਵਿੱਚ ਅਰਜ਼ੀਆਂ ਘੁੰਮੀਆਂ ਹੋਣਗੀਆਂ, ਉੱਥੇ ਪੰਜਾਬ ਦੀ ਦਸ਼ਾ ਕੀ ਪੇਸ਼ ਹੋ ਰਹੀ ਹੋਗੀ, ਕਿ ਕਿਸ ਕਿਸਮ ਦੇ ਪੰਜਾਬ ਦੇ ਹਾਲਾਤ ਬਣੇ ਹੋਣਗੇ। ਇਸ ਕਰਕੇ ਮੰਡੀਆਂ ਦੇ ਵਿੱਚ ਵੀ ਕਿਸਾਨ ਲੁੱਟਿਆ ਜਾ ਰਿਹਾ, ਕਿਸਾਨ ਤੇ ਸਣੇ ਆੜਤੀਆ ਲੁੱਟਿਆ ਜਾ ਰਿਹਾ। ਜਦੋਂ ਜਿਹੜਾ ਵੀ ਬੋਝ ਪੈਣਾ ਉਹ ਸਿੱਧਾ ਪੈਣਾ ਕਿਸਾਨ ਤੇ ਹੈ, ਤੇ ਮਾਰ ਆੜਤੀਏ ਨੂੰ ਵੀ ਪੈਂਦੀ ਹੈ, ਨੀਂਦ ਆੜਤੀਏ ਨੂੰ ਵੀ ਨਹੀਂ ਆਉਂਦੀ ਜਿੰਨਾ ਚਿਰ ਉਹਦਾ ਫੜ ਜਿਹੜਾ ਖਾਲੀ ਨਹੀਂ ਹੁੰਦਾ, ਕਿਉਂਕਿ ਜ਼ਿੰਮੇਵਾਰ ਉਹਨੀ ਦੇ ਆੜਤੀਆ ਵੀ ਹੈਗਾ। ਇਸ ਕਰਕੇ ਹਾਲਾਤ ਬਹੁਤ ਬਦ ਤੋਂ ਬਦਤਰ ਹੈਗੇ ਆ। ਜੇ ਡੀਸੀ ਮੈਡਮ ਨੇ ਇਹ ਵੀ ਨਾਲ ਕਿਹਾ ਕਿ ਭਾਵੇਂ ਜਿਹੜੀ ਡਾਲੇ ਦੀ ਗੱਲ ਮੇਰੇ ਇੱਥੇ ਧਿਆਨ ਚਾਹੀ ਹੈ, ਤੇ ਮਤਲਬ ਇਹਦਾ ਮਤਲਬ ਜੇ ਤੁਹਾਡੇ ਅਫਸਰ ਟਾਈਮ ਸਿਰ ਜਾਣ, ਤੁਹਾਡੇ ਲੀਡਰ ਟਾਈਮ ਸਿਰ ਜਾਣ, ਤੇ ਇਹ ਗੱਲਾਂ ਪਹਿਲਾਂ ਆ ਜਾਂਦੀਆਂ। ਇਹ 10 ਰੁਪਈਆਂ ਤੱਕ ਰੇਟ ਸ਼ਾਇਦ ਨਾ ਪਹੁੰਚਦਾ, ਇੱਕ ਗੱਟੇ ਦਾ ਜੇ 5 ਰੁਪਏ ਬਣਦਾ ਤੇ ਕੁਆਂਟਲ ਦਾ ਤਾਂ ਲਗਭਗ 10 ਰੁਪਏ ਬਣ ਗਿਆ। ਤੁਸੀਂ ਅੰਦਾਜ਼ਾ ਲਾਓ ਕਿ ਕਿੱਥੇ ਖੜੀ ਗੱਲ। ਹਾਂ ਜੀ ਰਠੌੜ ਸਾਹਿਬ, ਦੇਖੋ ਇਹ ਜਿਹੜੀ ਘਟਨਾ ਹੈਗੀ ਹੈ, ਮੈਂ ਇਸ 'ਚ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਅਗਰ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਔਰ ਸਾਬਤ ਹੁੰਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ। ਦੂਜੀ ਗੱਲ ਜਿਹੜੀ ਲਿਫਟਿੰਗ ਦੀ ਗੱਲ ਬਾਰ-ਬਾਰ ਹੋ ਰਹੀ ਹੈ ਕਿ ਜੀ ਜਗ੍ਹਾ ਨਹੀਂ ਹੈ, ਇਹ ਪ੍ਰੋਬਲਮ ਹਰ ਵਾਰ ਆਂਦੀ ਹੈ। ਤੁਸੀਂ ਸਰਕਾਰ ਸੀ ਤਦ ਵੀ ਇਹੀ ਗੱਲਾਂ ਹੁੰਦੀਆਂ ਸੀਗੀਆਂ, ਇਹ ਦਿੱਕਤਾਂ ਆਂਦੀਆਂ ਸੀਗੀਆਂ। ਸਮਾਂ ਲੱਗਦਾ ਹੈ, 2-4 ਦਿਨ ਤੁਸੀਂ ਦੇਖੋ ਇਹ ਲਿਫਟਿੰਗ ਪ੍ਰੋਪਰ ਹੋਏਗੀ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਹੈ ਔਰ ਪਿਛਲਾ ਇਤਿਹਾਸ ਤੁਸੀਂ ਦੇਖੋ ਮਹਾਰਾਜ ਸਾਹਿਬ, ਜਦ ਵੀ ਸਰਕਾਰ ਕੈਪਟਨ ਸਾਹਿਬ ਦੀ ਸਰਕਾਰ ਰਹੀ ਹੈ, ਕੋਈ ਫਸਲ ਕੋਈ ਜਿੰਸ ਨਵੇਂ ਮੰਤਰੀ ਬਣਨਾ ਫਰਕ ਪਊਗਾ ਲਿਫਟਿੰਗ ਦਾ? ਬਿਲਕੁਲ ਪਏਗਾ। ਦੇਖੋ ਜ਼ਿੰਮੇਵਾਰੀ ਜਦ ਕਿਸੇ ਬੰਦੇ ਤੇ ਪੈਂਦੀ ਹੈ, ਉਸ ਚੀਜ਼ ਦਾ ਇੰਪ੍ਰੈਸ਼ਨ ਅਲੱਗ ਆਂਦਾ ਹੈ। ਤੇ ਜਿਹੜੇ ਮੰਤਰੀ ਫੂਡ ਸਪਲਾਈ ਸਾਡੇ ਬਣੇ, ਅੱਜ ਉਹਨਾਂ ਨੇ ਬਿਆਨ ਵੀ ਦਿੱਤਾ ਹੈ ਵੀ ਕਿਸੇ ਵੀ ਕਿਸਾਨ, ਕਿਸੇ ਆੜਤੀ ਨੂੰ, ਕਿਸੇ ਟਰਾਂਸਪੋਰਟ ਵਾਲੇ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦੀ ਜਾਏਗੀ। ਔਰ ਸਰਕਾਰ ਦੀ ਡਿਊਟੀ ਹੈ, ਸਰਕਾਰ ਦਾ ਫਰਜ਼ ਹੈ ਕਿਸਾਨਾਂ ਦੇ ਲਈ, ਆੜਤੀਆਂ ਦੇ ਲਈ, ਟਰਾਂਸਪੋਰਟਰਾਂ ਦੇ ਲਈ ਜੋ ਵੀ ਬਣਦੇ ਕਾਰਵਾਈ ਹੋਏਗੀ ਉਹ ਕਰਾਂਗੇ ਔਰ ਇਸ ਜਿਹੜੀ ਫਸਲ ਹੈ ਜਿਣਸ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਲਿਫਟਿੰਗ ਕਰਕੇ ਭੁਗਤਾਵਾਂਗੇ। ਪਰ ਗੱਲ ਇਹ ਹੈ ਕਿ ਹੁਣ ਜਿਹੜਾ ਮੌਸਮ ਖਰਾਬ ਹੋ ਰਿਹਾ, ਤੁਸੀਂ ਤਾਂ ਕਹਿ ਰਹੇ ਹੋ, ਵਾਰ-ਵਾਰ ਕਹਿ ਰਹੇ ਹੋ ਕਿ ਕਾਰਵਾਈ ਹੋਏਗੀ, ਪਰ ਜਿਹੜੀ ਤੁਰੰਤ ਕਰਨ ਵਾਲੀ ਕੰਮ ਸੀਗਾ ਉਹ ਕੰਮ ਤਾਂ ਹੋਇਆ ਹੀ ਨਹੀਂ। ਨਹੀਂ, ਹੋਰ ਦੱਸੋ। ਅੱਗੇ ਹਰ ਸੀਜ਼ਨ ਵਿੱਚ ਅਫਸਰ ਸਾਰੇ, ਜਿਵੇਂ ਬਰਾੜ ਸਾਹਿਬ ਕਹਿੰਦੇ ਨੇ, ਇੱਥੋਂ ਚੰਡੀਗੜ੍ਹੋਂ ਸੈਕਟਰੀ ਲੈਵਲ ਦੇ ਅਫਸਰ ਭੱਜੇ ਫਿਰਦੇ ਹੁੰਦੇ ਸੀ ਮੰਡੀਆਂ 'ਚ। ਇੱਕ ਚਲਿਆ ਗਿਆ, ਦੂਜਾ ਆ ਗਿਆ, ਇੱਕ ਚਲਾ ਗਿਆ, ਦੂਜਾ ਆ ਗਿਆ। ਉਹ ਇੱਕ ਡਰ ਬਣਿਆ ਰਹਿੰਦਾ ਸੀਗਾ ਪ੍ਰੋਪਰਲੀ ਕੰਮ ਚੱਲੇ। ਐਤਕੀ ਤਾਂ ਕੋਈ ਜਾ ਹੀ ਨਹੀਂ ਰਿਹਾ, ਮੰਡੀਆਂ ਸੁਣੀਆਂ ਪਈਆਂ ਨੇ। ਮੁੱਖ ਮੰਤਰੀ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਅਸੀਂ ਦੇਖਿਆ, ਉਹਨਾਂ ਨੂੰ ਖਾਸ ਇਹੀ ਹਦਾਇਤ ਹੁੰਦੀ ਸੀ ਵੀ ਬਾਕੀ ਸਾਰੀਆਂ ਫਾਈਲਾਂ ਬੰਦ। ਸਭ ਤੋਂ ਪਹਿਲਾਂ ਜਿਹੜਾ ਮੰਡੀਆਂ ਦੀ ਖਰੀਦੋ ਫਰੋਖਤ ਵਾਲਾ ਕੰਮ ਹੈ, ਕਿਤੇ ਬਾਰਦਾਨੇ ਦਾ ਅਰੇਂਜਮੈਂਟ, ਦੂਜਾ ਕਮਿਸ਼ਨਰ ਰੈਂਕ ਦੇ ਫਾਈਨੈਂਸ਼ੀਅਲ ਕਮਿਸ਼ਨਰ ਰੁਤਬਿਆਂ ਦੇ ਜਿਹੜੇ ਅਫਸਰ ਸੀਗੇ, ਡਿਵੀਜ਼ਨਾਂ ਵਾਈਜ਼ ਉਹਨਾਂ ਦੀਆਂ ਡਿਊਟੀਆਂ ਲੱਗ ਕੇ ਉਹ ਸਾਰੀ ਕਾਰਵਾਈ ਕਰਦੇ ਹੁਣ ਵੀ ਜਾ ਰਹੇ ਨੇ। ਐਸੀ ਗੱਲ ਨਹੀਂ, ਅਫਸਰ ਹੁਣ ਵੀ ਮੰਡੀਆਂ 'ਚ ਜਾ ਰਹੇ ਨੇ। ਨਹੀਂ ਜੀ, ਗੱਲ ਨਹੀਂ ਹੈ, ਜੇ ਗਏ ਆ ਤਾਂ ਹੀ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਸਾਹਮਣੇ ਡੀਸੀ ਮੈਡਮ, ਅਫਸਰ ਹੁਣ ਵੀ ਜਾ ਰਹੇ ਹੈ। ਸਾਰੀ ਥਾਂ ਤੇ ਇੱਕ ਜਿਹਾ ਜਿਹਾ ਕੰਮ ਨਹੀਂ ਹੋ ਸਕਦਾ। ਆ 1-2 ਦਿਨਾਂ ਦੇ ਡੀਸੀ ਸਾਹਿਬਾਨ ਜ਼ਰੂਰ ਮੰਡੀਆਂ 'ਚ ਗਏ ਨੇ, ਪਰ ਮੈਂ ਸਮਝਦਾ ਵੀ ਅਧਿਕਾਰੀ ਜਿਹੜੇ ਨੇ ਨਾ, ਇਹਨਾਂ ਦੀ ਇੱਕ ਲਿਮਿਟ ਹੁੰਦੀ ਹੈ, ਇਹ ਆਪ ਫੈਸਲਾ ਨਹੀਂ ਲੈ ਸਕਦੇ। ਜਿਹੜਾ ਟਰੱਕ ਯੂਨੀਅਨ ਵਾਲਾ ਵੀ ਫੈਸਲਾ ਸੀ, ਅਗਰ ਮੰਤਰੀ ਜੀ ਇਸ ਤੋਂ ਪਹਿਲਾਂ ਬਣੇ ਹੁੰਦੇ ਤਾਂ ਇਹ ਟਰੱਕ ਯੂਨੀਅਨ ਦਾ ਫੈਸਲਾ ਜਿਹੜਾ ਇਸ ਤੋਂ ਪਹਿਲਾਂ ਹੋ ਜਾਂਦਾ। ਨਾਲੇ ਮੈਨੂੰ ਇੱਕ ਹੋਰ ਗੱਲ ਨਹੀਂ ਸਮਝ ਆਈ, ਜੇ ਟਰੱਕਾਂ ਵਾਲਾ ਦਾ ਨਾਲ ਰੌਲਾ ਸੀਗਾ ਤਾਂ ਤੁਸੀਂ ਆਪਣਾ ਕੇਸ ਕੇਂਦਰ ਸਰਕਾਰ ਅੱਗੇ ਰੱਖਿਆ ਕਿਉਂ ਨਹੀਂ ਕਿ ਜੇ ਅਸੀਂ ਟਰੱਕਾਂ ਵਾਲਿਆਂ ਨਾਲ ਬਾਰਗੇਨਿੰਗ ਕਰਦੇ ਹਾਂ, ਜੇ ਉਹ ਨਹੀਂ ਮੰਨਦੇ ਤਾਂ ਚੁਕਾਈ ਹੋ ਹੀ ਨਹੀਂ ਸਕਦੀ, ਪੋਸੀਬਲ ਹੀ ਨਹੀਂ ਹੈ। ਤੁਸੀਂ ਉਹਨਾਂ ਨੂੰ ਵੇ ਆਊਟ ਦੇਤਾ ਕਿ ਅਸੀਂ ਟਰਾਲੀਆਂ ਰਾਹੀਂ ਚੁਕਾ ਲਾਂਗੇ, ਟਰੱਕਾਂ ਵਾਲੇ ਜਾਂਦੇ ਤਾਂ ਜਾਣ ਦਿਓ। ਜਦ ਤੱਕ ਕੇਸ ਤੁਸੀਂ ਆਪਣਾ ਚੰਗੇ ਤਰੀਕੇ ਨਾਲ ਸੈਂਟਰ 'ਚ ਰੱਖਿਆ ਹੁੰਦਾ ਵੀ ਤੁਹਾਨੂੰ ਰੇਟ ਇਹ ਵਾਰਾ ਨਹੀਂ ਖਾਂਦਾ, ਟਰੱਕਾਂ ਵਾਲਿਆਂ ਨੂੰ ਰੇਟ ਵਧਾਓ, ਨਹੀਂ ਤਾਂ ਇਹ ਹੋ ਹੀ ਨਹੀਂ ਸਕਦੀ, ਲਿਫਟਿੰਗ ਹੋ ਜਾਵੇ। ਪਰ ਮਸਲਾ ਹੀ ਉਲਟ ਗਿਆ। ਹਰਪ੍ਰੀਤ ਜੀ, FCI ਸੈਂਟਰ ਦੀ ਏਜੰਸੀ ਹੈ। ਹਾਂ, ਉਹ ਮਾਛੀਵਾੜੇ ਚੋਂ ਲਗਾਤਾਰ 4 ਦਿਨ ਹੋ ਗਏ, 4 ਸਪੈਸ਼ਲਾਂ ਲੱਗ ਕੇ FCI ਨੇ ਸਾਰੀ ਕਣਕ ਚੁਕਾਤੀ 4 ਦਿਨ ਚ। FCI ਨੇ ਉੱਥੇ ਕੋਈ ਡਿਸਪਿਊਟ ਨਹੀਂ, ਉਹਨਾਂ ਦੇ ਟੈਂਡਰ ਹੋ ਗਏ। ਉਹ ਵੀ ਟਰੱਕਾਂ ਰਾਹੀਂ ਲਿਫਟਿੰਗ ਹੋਈ ਹੈ। ਟਰੱਕਾਂ ਰਾਹੀਂ ਲਿਫਟਿੰਗ ਹੋਈ ਹੈ। ਜਿੱਥੇ ਪ੍ਰੋਬਲਮ ਕੋਈ ਆਣੀ ਹੁੰਦੀ ਹੈ, FCI ਦੀ ਵੀ ਅੱਜ ਦੀ ਪ੍ਰੋਬਲਮ ਤੁਸੀਂ ਸੁਣ ਲਓ। ਚੰਡੀਗੜ੍ਹ ਤੋਂ ਲਿਫਟ ਨਹੀਂ ਹੋ ਰਿਹਾ ਉਹਨਾਂ ਦਾ ਮਾਲ, ਠੇਕੇਦਾਰ ਲਿਫਟ ਨਹੀਂ ਕਰ ਰਿਹਾ। ਇਹ ਨਹੀਂ ਹੈ ਗੱਲ, ਦਿੱਕਤ ਕਿਤੇ ਵੀ ਆ ਸਕਦੀ ਹੈ। ਆ ਚੰਡੀਗੜ੍ਹ ਤੁਸੀਂ ਜਾ ਕੇ ਪਤਾ ਕਰ ਲਓ ਮੰਡੀ ਚੋਂ, ਮੈਂ ਚੰਡੀਗੜ੍ਹ ਮੰਡੀ ਹੋ ਕੇ ਆਇਆ। ਇਹ ਪ੍ਰੋਬਲਮ ਆ ਸਕਦੀ ਹੈ, ਪੇਮੈਂਟ ਦੀ ਕੋਈ ਦਿੱਕਤ ਨਹੀਂ ਹੈਗੀ ਹੈ। ਪੰਜਾਬ 'ਚ ਕੋਈ ਦਿੱਕਤ ਨਹੀਂ, ਕਰ ਚੰਡੀਗੜ੍ਹ ਠੌੜ ਸਾਹਿਬ ਇੱਕ ਤਾਂ ਨਹੀਂ, ਮੈਂ ਦਿੱਕਤ ਦੀ ਗੱਲ ਕਰ ਰਿਹਾ, ਵੀ ਕਿਤੇ ਵੀ ਦਿੱਕਤ ਆ ਸਕਦੀ ਹੈ। ਦਿੱਕਤ ਤਾਂ ਕਿਤੇ ਵੀ ਆ ਸਕਦੀ ਹੈ। ਰਠੌੜ ਸਾਹਿਬ, ਚੰਡੀਗੜ੍ਹ ਦੀ ਕੋਈ ਦਿੱਕਤ ਨਹੀਂ, ਬਹਾਨੇ 'ਚ ਪਹਾੜੀ ਜਾਓ, ਹੈ ਅਸਲੀਅਤ ਮੰਨਣੀ ਚਾਹੀਦੀ ਹੈ। ਐਤਕੀ ਸਾਰੇ ਪ੍ਰੋਬਲਮ ਸਾਰੇ ਪੰਜਾਬ 'ਚ ਬੜੀ ਵੱਡੀ ਪ੍ਰੋਬਲਮ ਹੈ ਇਹ। ਦੇਖੋ ਦਿੱਕਤ ਅਗਰ ਲੇਟ ਵੈਸੇ FCI ਦਾ ਕੰਮ ਕੰਪੈਰੀਟਿਵਲੀ ਪਹਿਲਾਂ ਇਹ ਹੋਇਆ ਕਰਦਾ ਸੀਗਾ ਕਿ ਸਟੇਟ ਏਜੰਸੀਆਂ ਮੋਹਰੇ ਲੱਗਦੀਆਂ ਸੀ, FCI ਪਿੱਛੇ ਰਹਿੰਦੀ ਹੁੰਦੀ ਸੀ। ਪਰ ਇਸ ਵਾਰ FCI ਫਿਰ ਵੀ FCI ਨੇ ਜਿਹੜਾ ਹੈਗਾ ਉਹ ਅੱਛਾ ਮਤਲਬ ਬੈਟਰ ਰਿਸਪੌਂਸ ਦਿੱਤਾ। ਦੇਖੋ ਮੈਂ ਬੈਟਰ ਰਿਕਾਰਡ ਹੈਗਾ ਮੇਰੇ ਕੋਲ, FCI ਖਰੀਦ ਕਰਦਾ ਹੈ ਔਰ ਜ਼ਿਆਦਾ ਖਰੀਦ ਕਰਦਾ ਹੈ।
ਇਹ ਪਿਛਲੇ ਸਾਲਾਂ ਦਾ ਵੀ ਹੈਗਾ, ਉਸ ਤੋਂ ਪਿਛਲੇ ਸਾਲਾਂ ਦਾ ਵੀ ਹੈਗਾ। ਔਰ FCI ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਮਤਲਬ 1/3 ਮਤਲਬ ਇਸ ਵਾਰ FCI ਤੁਹਾਨੂੰ ਇਸ ਵਾਰ ਸਹਿਯੋਗ ਨਹੀਂ ਦੇ ਰਹੀ FCI, ਤੁਹਾਨੂੰ ਇਹ ਲੱਗਦਾ? ਨਹੀਂ, ਮੈਂ ਇਹ ਗੱਲ ਤਾਂ ਨਹੀਂ ਮੈਂ ਕਹਿ ਰਿਹਾ, ਮੈਂ ਤਾਂ ਗੱਲ ਕਰ ਰਿਹਾ ਵੀ ਦਿੱਕਤ ਕਿੱਥੇ ਵੀ ਆ ਸਕਦੀ ਹੈ, ਦਿੱਕਤ ਪ੍ਰੋਬਲਮ ਹੋ ਸਕਦੀ ਹੈ, ਲੇਕਿਨ ਉਸ ਨੂੰ ਆਪਾਂ ਰਾਜਨੀਤੀ ਨਾ ਬਣਾਈਏ ਨਾ ਉਸ ਦਿੱਕਤ। ਹਾਂਜੀ ਸੰਘਾ ਸਾਹਿਬ, ਦੇਖੋ ਦੀ ਕੀ ਗੱਲ ਕਰਾਂਗੇ, ਮੇਰੇ ਕੋਲੇ 5-7 ਕੱਟ ਗਏ ਜੀ। ਆ ਫਰੀਦਕੋਟ ਦੀ ਹੈ, ਆ ਅਲੱਗ-ਅਲੱਗ ਹੈਗੀ ਹੈ ਤਲਵੰਡੀ ਸਾਬੋ ਦੀ। ਇੱਕ ਮਿੰਟ, ਮੈਂ ਜਿੱਥੇ ਧਰਨੇ ਲੱਗੇ ਪਏ ਆ ਬਰਾੜ ਸਾਹਿਬ, ਬਿਲਕੁਲ ਮੈਂ ਤੁਹਾਡੀ ਗੱਲ ਮੰਨਦਾ, ਕਿਤੇ ਵੀ ਦਿੱਕਤ ਆ ਸਕਦੀ ਹੈ, ਸਾਰੇ ਪੰਜਾਬ ਦੀ ਸਟੋਰੀ ਲੱਗੀ ਹੈ। ਲੇਕਿਨ ਤੁਸੀਂ ਕਹੋਗੇ ਸਾਰੇ ਪੰਜਾਬ ਚਾਹੀ ਦਿੱਕਤ ਹੈ, ਮਤਲਬ ਸਾਰੇ ਅਖਬਾਰ, ਮੈਂ 5-6 ਅਖਬਾਰਾਂ ਦੀਆਂ ਸਭ ਦੀਆਂ ਕਟਿੰਗ ਲੈ ਕੇ ਆਏ ਜੋ ਹਾਲ ਹੈਗਾ, ਪਰ ਆਪਾਂ ਇਹਨਾਂ ਨੇ ਕਹੀਏ ਕਿ ਲਿਫਟਿੰਗ ਦੇ ਅੰਦਰ ਦਿੱਕਤ ਨੂੰ ਹੱਲ ਕਰਨ ਦੀ ਗੱਲ ਕਰੋ। ਨਹੀਂ, ਬਿਲਕੁਲ ਆਪਾਂ ਸਾਡਾ ਅਸੀਂ ਵਾਅਦਾ ਕਰ ਰਹੇ ਹਾਂ, ਸਰਕਾਰ ਦਾ ਵਾਅਦਾ ਹੈ ਕਿ ਜਿਹੜੀ ਲਿਫਟਿੰਗ ਆ ਪ੍ਰੋਪਰ ਤਰੀਕੇ ਨਾਲ ਹੋਵੇਗੀ। ਇਹ ਸਰਕਾਰ ਦੀ ਡਿਊਟੀ ਹੈ। ਮੈਂ ਸਮਝ ਗਿਆ, ਇੱਕ ਮਿੰਟ, ਵਾਅਦਾ ਤਾਂ ਹੈਗਾ, ਪਰ ਘੱਟੋ ਘੱਟ ਇੱਕ ਮਿੰਟ ਵੱਡੀ ਗੱਲ ਇਹ ਹੈ ਨਾ, ਤੁਹਾਡਾ ਵਾਅਦਾ ਸਾਰੇ ਕਿਸਾਨ ਭਾਈਚਾਰੇ ਮੰਨ ਲੈਂਦੇ ਆ, ਪਰ ਉਹ ਵਾਅਦਾ ਵਫਾ ਕਿਵੇਂ ਹੋਏਗਾ? ਘੱਟੋ ਘੱਟ ਇਹ ਤਾਂ ਉਹਨਾਂ ਨੂੰ ਦੱਸੋ, ਕਿਹੜੇ ਟਰੱਕ ਬਾਹਰੋਂ ਆਣਗੇ ਜਿਹੜੇ ਲਿਫਟਿੰਗ ਕਰਨਗੇ, ਕਿੱਥੋਂ ਬਾਰਦਾਨਾ ਆਊਗਾ ਜਿਹੜਾ ਇਹ ਕਣਕ ਸਾਰੀ ਭਰੀ ਜਾਊਗੀ? ਘੱਟੋ ਘੱਟ ਇਹ ਤਾਂ ਦੱਸੋ ਨਾ। ਨਹੀਂ ਹੈਗੀ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਹੈ, ਟਰਾਂਸਪੋਰਟ ਦੀ ਦਿੱਕਤ ਆਈ ਹੈ, ਟਰਾਂਸਪੋਰਟੇਸ਼ਨ ਦੀ ਦਿੱਕਤ ਜ਼ਰੂਰ ਹੈ। ਤੋਂ ਬਿਲਕੁਲ ਮੁਨਕਰ ਨਹੀਂ ਹੋਣਾ ਚਾਹੀਦਾ। ਦੋਨੋਂ ਬੈਠੇ ਨੇ, ਜਿਹੜੇ 24 ਘੰਟੇ ਮੰਡੀਆਂ 'ਚ ਰਹਿੰਦੇ ਨੇ, ਜਿਨ੍ਹਾਂ ਦੀ ਆਪਣੀਆਂ ਫਸਲਾਂ ਨੇ, ਇਹ ਤੁਹਾਡੇ ਸਾਹਮਣੇ ਕਹਿ ਰਹੇ ਕਿ ਬਾਰਦਾਨੇ ਦੀ ਦਿੱਕਤ ਹੈਗੀ। ਹਰ ਥਾਂ ਤੇ ਦਿੱਕਤ ਨਹੀਂ ਹੈ, ਅਧਿਕਾਰੀ ਮੰਨਦੇ ਨੇ, ਜਿਹੜੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਪਰਚੇਜ ਨਹੀਂ ਕਰ ਸਕਦੇ। ਮੈਂ ਮੰਨ ਰਿਹਾ, ਲੇਕਿਨ ਮੈਂ ਇਹ ਕਹਿ ਰਿਹਾ ਕਿ ਹਰ ਥਾਂ ਦਿੱਕਤ ਨਹੀਂ ਹੈ ਬਾਰਦਾਨੇ। ਤੁਹਾਡੇ ਨਾਲ ਹੈ, ਰੋਪੜ ਮੰਡੀ ਜਾ ਕੇ ਪਤਾ ਕਰ ਲਓ, ਬਾਰਦਾਨੇ ਨਾ ਹੋਣ ਦੀ ਵਜ੍ਹਾ ਨਾਲ ਹਰ ਥਾਂ ਦਿੱਕਤ ਬਾਰਦਾਨੇ ਦੀ ਨਹੀਂ ਹੈ। ਜਿਹੜੀ ਲਿਫਟਿੰਗ ਪ੍ਰੋਪਰ ਹੋਏਗੀ, ਦੇਖੋ ਰਠੌੜ ਸਾਹਿਬ 6 ਦਿਨ 7 ਦਿਨ ਹੋਏ ਆ ਲਿਫਟਿੰਗ ਸ਼ੁਰੂ ਹੋਏ, ਲਿਫਟਿੰਗ ਪ੍ਰੋਪਰ ਹੋਏਗੀ ਔਰ ਇਹ ਸਰਕਾਰ ਦੀ ਡਿਊਟੀ ਹੈ ਔਰ ਸਰਕਾਰ ਉਹਨੂੰ ਚੰਗੀ ਤਰ੍ਹਾਂ ਪੰਜਾਬ ਦੀ ਸਭ ਤੋਂ ਵੱਡੀ ਏਜੰਸੀ ਮਾਰਕਫੈਡ, ਉਹਦਾ ਇੱਕ ਹਫ਼ਤੇ ਤੋਂ ਰੌਲਾ ਪੈਂਦਾ। ਪਹਿਲਾਂ ਮੈਂ ਮੱਖੂ ਵਗੈਰਾ ਦਾ ਇਸ਼ੂ ਜਿਹੜਾ ਸੀ ਉਹ ਰੇਜ਼ ਕੀਤਾ ਇੱਥੇ ਸਟੇਟ ਲੈਵਲ ਤੇ ਵੀ ਬਈ ਉਹ ਮਾਰਕਫੈਡ ਜਿਹੜੀ ਆ ਉਹ ਤੋਂ ਮੈਂ SMS ਕੀਤੇ ਹੋਏ ਨੇ ਸਾਰੇ ਬਈ ਇਹ ਮੱਖੂ ਦੇ ਵਿੱਚ ਪੀਰ ਮੁਹੰਮਦ ਦੇ ਵਿੱਚ ਬਾਰਦਾਨੇ ਦਾ ਬਹਾਨਾ ਲਾ ਕੇ ਮਾਰਕਫੈਡ ਖਰੀਦ ਨਹੀਂ ਕਰ ਰਹੀ। ਇੱਕ ਹਫ਼ਤਾ ਪਹਿਲਾਂ ਹੀ ਇੱਕ ਵੱਡੀ ਏਜੰਸੀ ਬਾਰਦਾਨਾ ਮੁਕਾ ਕੇ ਬਹਿ ਜੇ, ਇਹ ਤਾਂ ਕਦੇ ਵੀ ਨਹੀਂ ਹੋਇਆ। ਇੱਕ ਲਾਈਨ ਪੜ੍ਹ ਲੈਣਾ ਜੀ ਅੱਜ ਇੱਕ ਸੰਘਾ ਸਾਹਿਬ, ਇੱਕ ਮਿੰਟ, ਜਗਬਾਣੀ ਲੀਡਿੰਗ ਪੇਪਰ ਹੈ, ਕਣਕ ਦੀ ਚੁਕਾਈ ਦਾ ਜੱਬ ਅਜੇ ਮੁੱਕਿਆ ਨਹੀਂ। ਉਹ ਵੀ ਪੱਤਰਕਾਰ ਵੀ ਇੰਨੇ ਅੱਕ ਗਏ ਵਿਚਾਰੇ ਲਿਖ ਕੇ, ਉਹ ਵੀ ਉਹ ਭਾਸ਼ਾ ਵਿੱਚ ਲਿਖਣ ਲੱਗ ਗਏ ਜਿਹੜੀ ਅਸੀਂ ਬੋਲਦੇ ਹਾਂ ਕਈ ਵਾਰੀ ਔਖੇ ਹੋਏ। ਜੱਬ ਅਜੇ ਮੁੱਕਿਆ ਨਹੀਂ, ਉਤੋਂ ਮਾਰਕਫੈਡ ਨੇ ਜਿਹੜਾ ਬਾਰਦਾਨਾ ਵੀ ਮੁਕਾ ਲਿਆ। ਮਤਲਬ ਇਹ ਹੁਣ ਇਹ ਤਾਂ ਅਖਬਾਰ ਦੀ ਹੈ, ਇਹ ਸਮਰਾਲੇ ਦੀ ਦੇਖੋ, ਇਹ ਬਿਲਕੁਲ ਐਕਸਕਿਊਜ਼ ਲਏ ਜਾ ਰਹੇ ਆ। ਮੇਰੇ ਹਿਸਾਬ ਨਾਲ ਤਾਂ ਇੱਕ ਤਰ੍ਹਾਂ ਜਿਵੇਂ ਰਠੌੜ ਸਾਹਿਬ ਕਹਿ ਰਹੇ ਜੇ ਬੰਪਰ ਕ੍ਰੌਪ ਹੋਗੀ ਤਾਂ ਉਹ ਵੀ ਇੱਕ ਦਿੱਕਤ ਹੈ। ਜੇ ਐਤਕੀ ਫਸਲ ਦਾ ਝਾੜ ਵਧਿਆ, ਕਹਿੰਦੇ ਜੀ ਕਣਕ ਜਲਦੀ ਆ ਗਈ ਆ ਔਰ ਫਸਲ ਦਾ ਝਾੜ ਵਧਿਆ, ਉਹਦੇ ਚੀਜ਼ਾਂ ਤਾਂ ਪਹਿਲਾਂ ਪਤਾ ਹੀ ਸੀ ਨਾ। ਔਰ ਦੂਜੀ ਗੱਲ ਹੈ, ਜਿਹੜਾ ਝੋਨੇ ਦਾ ਸੀਜ਼ਨ ਆ ਉਹ ਇਹਦੇ ਨਾਲ ਲੰਬਾ ਚੱਲਦਾ ਹੁੰਦਾ, ਕਣਕ ਦਾ ਸੀਜ਼ਨ ਹੈ ਜਿਹੜਾ ਉਹ ਸ਼ਾਰਟ ਹੁੰਦਾ, ਛੋਟਾ ਹੁੰਦਾ। ਪਹਿਲਾਂ ਹੀ ਪਤਾ ਸੀ ਇਹਨਾਂ ਨੂੰ, ਪਰ ਜਿਹੜਾ ਹੈਗਾ ਇਹਦੇ ਪ੍ਰੋਪਰ ਬੰਦੋਬਸਤ ਨਹੀਂ ਕੀਤੇ ਗਏਗੇ, ਇਹ ਇਹਨਾਂ ਨੂੰ ਐਡਮਿਟ ਕਰਨਾ ਚਾਹੀਦਾ। ਔਰ ਜਿਹੜੀ ਪਹਿਲਾਂ ਗੱਲ ਹੋਈ ਹੈ, ਜਦੋਂ ਸਮਾਂ ਸੀਗਾ ਇਹਨਾਂ ਦਾ ਅਰੇਂਜਮੈਂਟ ਕਰਨ ਦਾ, ਉਦੋਂ ਸਾਰੇ ਹੀ ਗਵਰਨਿੰਗ ਬਾਡੀ ਹੈ, ਜਿਹੜੀ ਮੇਨ ਗਵਰਨਿੰਗ ਬਾਡੀ ਹੈ, ਉਹ ਦਿੱਲੀ ਜਾਈ ਬੈਠੀ ਸੀ। ਸੋ ਇਹਦੇ ਕਾਰਨ ਪਿੱਛੇ ਜਿਹੜੇ ਅਫਸਰ ਸੀ ਜਾਂ ਜੋ ਵੀ ਇਹਦੀ ਐਡਮਿਨਿਸਟ੍ਰੇਸ਼ਨ ਹੈ, ਜੋ ਆਫੀਸਰ ਸਾਹਿਬਾਨ ਨੇ, ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ, ਜਿਹਦੇ ਕਾਰਨ ਬਹੁਤ ਵੱਡਾ ਪ੍ਰੋਬਲਮ ਆ। ਚੀਮਾ ਸਾਹਿਬ, ਇਹਦਾ ਹੱਲ ਵੀ ਦੱਸ ਦਿਓ ਨਾਲ। ਅਸੀਂ ਇਹਦਾ ਹੱਲ ਡਾਇਰੈਕਟਰ ਸਾਹਿਬ ਨੂੰ, ਸੈਕਟਰੀ ਸਾਹਿਬ ਨੂੰ ਇੱਕ ਮੀਟਿੰਗ 'ਚ ਦੱਸਿਆ ਸੀ। ਮੈਂ ਕਿਹਾ ਜੀ ਤੁਸੀਂ 2 ਲਾਈਨਾਂ ਇਹ ਲਿਖ ਦਿਓ, ਜਿੰਨੇ ਝੂਠੇ ਠੇਕੇਦਾਰ ਮਤਲਬ ਪੋਲੀਟੀਕਲ ਛਤਰ ਛਾਇਆ ਥੱਲੇ ਬਣੇ ਨੇ, ਇਹ ਮਾਲ ਨਹੀਂ ਚੁੱਕਦੇ, ਮਾਲ ਸਾਡੇ ਤੋਂ ਚੁਕਵਾਉਂਦੇ ਨੇ, ਵਿੱਚ ਪਕੜੀ ਆਪਣੀ ਲੈਂਦੇ ਨੇ। ਵੀ ਜਿੱਥੇ ਮਾਲ ਇਹ ਨਹੀਂ ਚੁੱਕਣਗੇ ਉੱਥੇ ਆੜਤੀ ਮਾਲ ਚੁੱਕਣਗੇ, ਸਾਨੂੰ ਤੁਸੀਂ ਇੱਕ ਫਿਕਸ ਰੇਟ ਜਿਹੜਾ ਹੈਗਾ ਉਹ ਦੇ ਦਿਓ। ਦੇਖੋ ਐਗਰੀ ਕੀਤਾ ਡਾਇਰੈਕਟਰ ਸਾਹਿਬ ਨੇ, ਐਗਰੀ ਕੀਤਾ ਸੈਕਟਰੀ ਸਾਹਿਬ ਨੇ, ਲੇਕਿਨ ਉਹੀ ਕਿ ਪੋਲੀਟੀਕਲ ਤੌਰ ਤੇ ਉਹਦਾ ਫੈਸਲਾ ਲੈਣ ਦੀ ਤਾਕਤ ਨਾ ਮਿਲਣ ਕਰਕੇ ਉਹ ਫੈਸਲਾ ਨਹੀਂ ਹੋਇਆ। ਨਹੀਂ ਤਾਂ ਇਹ ਜਿਨ੍ਹਾਂ ਥਾਵਾਂ ਦੇ ਉੱਤੇ ਝੂਠੇ ਬੇਨਾਮੀ ਠੇਕੇ ਲਏ ਗਏ ਸੀ, ਉਹਨਾਂ ਥਾਵਾਂ ਤੇ ਆੜਤੀਆਂ ਨੇ ਮਾਲ ਆਪਣੇ ਜੋਖਮ ਦੇ ਉੱਤੇ ਚੁੱਕਣਾ ਸੀਗਾ। ਚੀਮਾ ਸਾਹਿਬ, ਤੇ ਹੁਣ ਵੀ ਮੈਂ ਇਹੀ ਕਹਿਣਾ ਜ਼ਬਰਦਸਤੀ ਝੂਠਾ ਠੇਕਾ ਕਿੱਦਾਂ ਦਵਾ ਸਕਦਾ ਕਿਸੇ ਦੇ ਨਾਮ ਤੇ? ਟੈਂਡਰ ਸਿਸਟਮ ਹੈ, ਮੇਰੇ ਨਾਮ ਤੇ ਕੋਈ ਦਵਾ ਸਕਦਾ? ਰਠੌੜ ਸਾਹਿਬ, ਜਿਹਦੇ ਕੋਲੇ ਲੇਬਰ ਹੈ ਨਹੀਂ, ਟਰੱਕ ਨਹੀਂ, ਟਰਾਲੀ ਨਹੀਂ, ਉਹਨਾਂ ਨੂੰ ਠੇਕੇ ਕਿਵੇਂ ਮਿਲ ਜਾਂਦੇ ਆ? ਘੱਟੋ ਘੱਟ ਬੈਕਗ੍ਰਾਉਂਡ ਤਾਂ ਵੇਖੀਏ, ਠੇਕਾ ਦੇਣ ਲੱਗੇ।
ਇਸ ਵਾਰ ਦਿੱਕਤ ਜਿਹੜੀ ਆਈ ਹੈ ਆਪਾਂ ਉਸ ਨੂੰ ਮੰਨੀਏ, ਇਹਦੇ ਚ ਰਾਜਨੀਤੀ ਨਾ ਕਰੀਏ। ਇਹ ਜਿਹੜੀ ਦਿੱਕਤ ਸਾਨੂੰ ਆਈ ਹੈ ਟਰਾਂਸਪੋਰਟੇਸ਼ਨ ਦੀ ਆਈ ਹੈ ਔਰ ਉਹ ਟਰੱਕ ਯੂਨੀਅਨ ਦੀ ਅੜੀ ਨਾਲ ਆਈ ਹੈ। ਨਹੀਂ ਰਠੌਰ ਸਾਹਿਬ ਕੱਲੀ ਟਰਾਂਸਪੋਰਟੇਸ਼ਨ ਦੀ ਨਹੀਂ, ਮਾਰਕਫੈਡ ਖਰੀਦ ਚੋਂ ਕਿਉਂ ਭੱਜੀ ਹੈ ਜੀ? ਸਾਰੇ ਪੰਜਾਬ ਚ ਭੱਜ ਗਈ। ਦੇਖੋ ਲਿਫਟਿੰਗ ਚ ਨਾਲੇ ਰਠੌਰ ਸਾਹਿਬ ਕਿਹੜਾ ਟਰੱਕ ਵਾਲਾ ਜਿਹੜਾ ਘਰੋਂ ਪੱਲਿਓਂ ਪਾ ਕੇ ਤੁਹਾਡੀ ਲਿਫਟਿੰਗ ਕਰੂਗਾ, ਇਹ ਦੱਸ ਦਿਓ ਨਾ। ਤੁਸੀਂ ਕਹਿ ਰਹੇ ਇਹੋ ਜਿਹਾ ਕੋਈ ਟਰੱਕ ਵਾਲਾ, ਇਹੋ ਜਿਹਾ ਕੋਈ ਠੇਕੇਦਾਰ ਵੀ ਨਹੀਂ ਹੈ ਜਿਹੜਾ ਖਾਲੀ ਭਰ ਕੇ ਉਹਨੂੰ ਲੰਘ ਜਾਵੇ ਉੱਥੋਂ। ਨਹੀਂ, ਹੁਣ ਤੁਹਾਡੇ ਸਾਹਮਣੇ ਇਹਨਾਂ ਨੇ ਕਿਹਾ ਕਿ ਕਈ ਜਿਹੜੇ ਠੇਕੇਦਾਰ ਨੇ ਕਿਵੇਂ ਜਾਓ? ਅੱਜ ਬੈਠ ਲਾਓ ਮੇਰੇ ਨਾਲ, ਤੁਹਾਡਾ ਖੰਨੇ ਦਾ ਠੇਕੇਦਾਰ ਭੱਜ ਗਿਆ, ਅੱਜ ਭੱਜਿਆ। ਇਹ ਮੇਤੇ ਨਹੀਂ ਕੰਮ ਹੁੰਦਾ, ਮੇਰੇ ਹੱਥ ਖੜੇ ਜਿਹੜੀ ਮਰਜ਼ੀ ਮੰਡੀ ਦਾ ਤੁਸੀਂ ਨਾਂ ਲਾ ਲਓ, ਮੇਰੇ ਨਾਲ ਬੈਠ ਕਰੋ। ਖੰਨਾ ਅੱਜ ਦੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ। ਮੇਰੀ ਮੰਡੀ ਚ ਪ੍ਰੋਬਲਮ ਆਈ ਹੈ, ਜ਼ਰੂਰ ਆਈ ਹੈ ਹਰਪ੍ਰੀਤ ਜੀ। ਜਿੰਨਾ ਮੰਡੀਆਂ ਦੇ ਵਿੱਚ ਚਲੋ ਇਹਨਾਂ ਨੇ ਟਰੱਕਾਂ ਵਾਲੇ ਵੀਰਾਂ ਨੇ ਆਪਣੀ ਰੋਜੀ ਰੋਟੀ ਵਾਸਤੇ ਮਰਦਾ ਕੀ ਨਾ ਕਰਦਾ, ਉਹਨਾਂ ਨੇ ਫਿਰ ਵੀ ਮਤਲਬ ਵਿਹਲੇ ਰਹਿਣ ਨਾਲੋਂ ਘੱਟ ਰੇਟ ਤੇ ਕੰਮ ਕੀਤਾ। ਹੁਣ ਸਾਡਾ ਸੰਗਰੂਰ ਜ਼ਿਲ੍ਹਾ ਹੀ ਹੈ, ਉੱਥੇ ਇਹਨਾਂ ਨੇ ਟਰੱਕਾਂ ਵਾਲਿਆਂ ਨੇ ਵਿਚਾਰਿਆਂ ਨੇ ਟੈਂਡਰ ਪਾ ਲਏ। ਜਿੱਥੇ ਇਹਨਾਂ ਨੇ ਟੈਂਡਰ ਪਾ ਲਏ ਉੱਥੇ ਕੰਮ ਚੱਲ ਗਿਆ, ਜਿੱਥੇ ਟੈਂਡਰ ਠੇਕੇ ਇਹਨਾਂ ਦੇ ਟਰੱਕਾਂ ਦੇ ਨਹੀਂ ਪਏ ਉੱਥੇ ਸਾਰੀਆਂ ਥਾਵਾਂ ਤੇ ਮਾੜਾ ਹਾਲ ਹੈ। ਔਰ ਇਹ ਹਾਲਾਤ ਹੋਰ ਵੀ ਹੋਣਗੇ, ਵਿਗੜਨਗੇ, ਕਿਉਂਕਿ ਹਾਲੇ ਤਾਂ ਪੂਰੀ ਤਰ੍ਹਾਂ ਮੰਡੀਆਂ ਦੇ ਵਿੱਚ ਆਈ ਨਹੀਂ ਫਸਲ। ਜਦੋਂ ਮੰਡੀਆਂ ਦੇ ਵਿੱਚ ਪੂਰੀ ਤਰ੍ਹਾਂ ਆ ਜਾਏਗੀ ਫਿਰ ਪਤਾ ਨਹੀਂ ਕੀ ਹੋਏਗਾ। ਹਰਪ੍ਰੀਤ ਜੀ, ਕੱਲ ਆ ਜਿਹੜੀ ਆ ਖਬਰ ਲੱਗੀ ਹੈ, ਕੱਲ ਮੈਂ ਆਪਣੇ ਡੀਸੀ ਨਾਲ ਟੇਕਅਪ ਕੀਤਾ ਵੀ ਇੱਥੇ ਤੁਹਾਡੀ ਮਾਰਕਫੈਡ ਨਹੀਂ ਖਰੀਦ ਰਹੀ, ਕੋਈ ਹੱਲ ਨਹੀਂ ਨਿਕਲਿਆ। ਅੱਜ ਇਹ ਹੋਇਆ ਵੀ ਮਾਰਕਫੈਡ ਦਾ ਸ਼ੇਅਰ ਦੂਜੀਆਂ ਏਜੰਸੀਆਂ ਨੂੰ ਦੇ ਦਿੱਤਾ ਵੀ ਤੁਸੀਂ ਖਰੀਦੋ। ਉਹ ਇੱਕ ਦਿਨ ਉਹ ਖਰੀਦਣਗੇ, ਡੰਗ ਟਪਾਊ ਫੈਸਲੇ ਲੈ ਜਾ ਰਹੇ ਨੇ। ਅੱਜ ਖੰਨੇ ਵਿੱਚ ਕੀ ਹੈ, ਵੇਅਰ ਹਾਊਸ ਤੇ ਮਾਰਕਫੈਡ ਦੋਵੇਂ ਭੱਜ ਗਈਆਂ, ਪਨ ਕ੍ਰੇਨ ਖਰੀਦ ਕਰ ਰਹੀ ਹੈ। ਖੰਨੇ ਦੇ ਉਹ ਵੀ ਕਿੰਨਾ ਕੁ ਖਰੀਦ ਕਰੂਗੀ? ਉਹਨਾਂ ਨੇ ਕਹਿਤਾ ਐਫਸੀਆਈ ਨੂੰ ਚਿੱਠੀ ਕੱਢੀ ਅੱਜ ਬਈ ਤੁਸੀਂ ਆ ਕੇ ਬਾਕੀ ਦੋ ਏਜੰਸੀਆਂ ਦੀ ਥਾਂ ਤੁਸੀਂ ਮਾਲ ਖਰੀਦੋ। ਉਹ ਖਰੀਦਣਗੇ ਕਿ ਨਹੀਂ ਖਰੀਦਣਗੇ, ਐਨ ਪੈਰ ਦੇ ਸਿਰ ਤੇ ਅੱਜ ਉਹਨਾਂ ਨੂੰ ਕਿਹਾ, ਅੱਜ ਹੀ ਉਹ ਖਰੀਦਣਗੇ। ਤੇ ਉਹ ਸਫਰ ਦਾ ਅਸੀਂ ਕਰ ਰਹੇ ਹਾਂ ਉੱਤੇ। ਬਿਲਕੁਲ ਸਫਰ ਤੁਸੀਂ ਕਰ ਰਹੇ ਹੋ, ਕਿਸਾਨ ਭਾਈਚਾਰਾ ਤੇ ਆੜਤੀ ਭਾਈਚਾਰਾ ਬਿਲਕੁਲ ਸਫਰ ਕਰ ਰਿਹਾ। ਔਰ ਸਰਕਾਰ ਦੇ ਜਿਹੜੇ ਬੁਲਾਰੇ ਵੀ ਨੇ ਔਰ ਪਾਰਟੀ ਦੇ ਬੁਲਾਰੇ ਨੇ, ਉਹ ਕਹਿ ਰਹੇ ਨੇ ਕਿ ਸਭ ਕੁਝ ਠੀਕ ਹੋ ਜਾਏਗਾ ਆਉਣ ਵਾਲੇ 1-2 ਦਿਨਾਂ ਦੇ ਵਿੱਚ। ਉਮੀਦ ਅਸੀਂ ਵੀ ਕਰਦੇ ਹਾਂ ਕਿ ਸਭ ਕੁਝ ਠੀਕ ਹੋ ਜਾਏ, ਪਰ ਜਿਹੜੀ ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਉਹਨਾਂ ਨੇ ਸਾਥ ਸੁੱਤੇ ਪਏ ਨੇ ਜ਼ਰੂਰ ਕਿਸਾਨਾਂ ਦੇ, ਕਿਉਂਕਿ 25 ਤੇ 27 ਤਰੀਕ ਦੀ ਪ੍ਰੈਡਿਕਸ਼ਨ ਹੈਗੀ ਹੈ ਕਿ ਬਰਸਾਤ ਹੋ ਸਕਦੀ ਹੈ। ਔਰ ਮੰਡੀਆਂ ਦੇ ਵਿੱਚ ਜਦੋਂ ਕਣਕ ਖਰਾਬ ਹੋਏਗੀ ਫਿਰ ਉਸ ਦੀ ਭਰਪਾਈ ਕੌਣ ਕਰੂਗਾ, ਉਸ ਦਾ ਦੇਣਦਾਰ ਕੌਣ ਹੋਊਗਾ, ਇਹਦਾ ਸਵਾਲ ਵੀ ਜਿਹੜਾ ਸਰਕਾਰ ਤੋਂ ਜਵਾਬ ਲੈਣਾ ਪਵੇਗਾ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।